मैं ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫੇਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਅੱਜ 7 ਸਤੰਬਰ 2021 ਆ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਹਿਲਾਂ ਆਪਣੀ ਕਿਤਾਬ ਸਮੇਂ ਦੀ ਮਹਿਕ ਵਿੱਚੋਂ ਇੱਕ ਲੇਖ ਪੜ੍ਹਦਾ ਤੇ ਫਿਰ ਉਸ ਤੋਂ ਬਾਅਦ ਲੇਖ ਦੇ ਵਿੱਚ ਜਿਹੜੇ ਨੁਕਤੇ ਉਠਾਏ ਹੁੰਦੇ ਹੈ ਜਾਣੀ ਕਿ ਜਾਂ ਨੁਕਤੇ ਨਹੀਂ ਉਠਾਏ ਹੁੰਦੇ ਉਹਨਾਂ ਦੇ ਬਾਰੇ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ। ਸਾਡੇ ਇਨਕਲਾਬੀ ਕਵੀ ਅਵਤਾਰ ਪਾਸ਼ ਦਾ ਜਨਮ 9 ਸਤੰਬਰ ਦਾ ਹੈ ਕਿਉਂਕਿ ਅੱਜ ਮੇਰਾ ਪ੍ਰੋਗਰਾਮ ਟਿਊਜ਼ਡੇ ਨੂੰ ਸੀ, ਇਸ ਕਰਕੇ ਮੈਂ ਅੱਜ ਹੀ ਉਹਨਾਂ ਦੇ ਜਨਮ ਦਿਨ ਦੀ ਜਿਹੜੀ ਸੀ ਮੈਂ ਸੋਚਿਆ ਲੈ ਵੀ ਉਹਨਾਂ ਦੇ ਜਨਮ ਦਿਨ ਬਾਰੇ ਅਸੀਂ ਗੱਲਬਾਤ ਕਰੀਏ ਅਤੇ ਉਹਨਾਂ ਦੇ ਰਚਨਾਵਾਂ ਬਾਰੇ ਉਹਨਾਂ ਦੇ ਜੀਵਨ ਕੌਲ ਬਾਰੇ ਜਾਣੀ ਕਿ ਅੱਜ ਅਸੀਂ ਗੱਲ ਕਰੀਏ। ਅਤੇ ਮੈਂ ਜਦੋਂ ਅਵਤਾਰ ਪਾਸ਼ ਦਾ ਕਤਲ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਲੇਖ ਲਿਖਿਆ ਸੀ ਜਿਹੜਾ ਇਸ ਕਿਤਾਬ ਵਿੱਚ ਹੈਗਾ, ਮੈਂ ਉਹ ਪੜ੍ਹਦਾ ਅਤੇ ਉਸ ਲੇਖ ਵਿੱਚ ਜਿਹੜੀਆਂ ਕੁਛ ਗੱਲਾਂ ਮੈਂ ਕੀਤੀਆਂ ਉਹਨਾਂ ਬਾਰੇ ਵੀ ਅਤੇ ਜਾਣੀ ਕਿ ਜਿਹੜੀਆਂ ਗੱਲਾਂ ਮੈਂ ਨਹੀਂ ਕੀਤੀਆਂ ਹੈ ਉਹਨਾਂ ਬਾਰੇ ਵੀ ਤੁਹਾਡੇ ਨਾਲ ਮੈਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਲੇਖ ਬੜਾ ਛੋਟਾ ਜਿਹਾ 4-5 ਮਿੰਟ ਦਾ ਲੇਖ ਹੈਗਾ। ਪਿਛਲੇ ਹਫ਼ਤੇ ਜਾਣੀ ਕਿ ਬਹੁਤ ਲੰਬਾ ਲੇਖ ਸੀਗਾ, ਮੈਂ ਉਹਦੀ ਤੁਹਾਡੇ ਤੋਂ ਹੁਣ ਤੋਂ ਹੀ ਖਿਮਾ ਮੰਗਦਾ। ਜਿਹੜੀਆਂ ਕਾਲਸ ਮੈਂ ਨਹੀਂ ਲੈ ਸਕਿਆ ਉਹਨਾਂ ਤੋਂ ਮੈਂ ਹੁਣ ਤੋਂ ਹੀ ਜਿਹੜਾ ਹੈਗਾ ਖਿਮਾ ਮੰਗ ਰਿਹਾ ਅਤੇ ਅੱਜ ਵੀ ਜਿਹੜਾ ਹੈਗਾ ਮੈਂ ਚਾਹੁੰਦਾ ਲੈ ਵੀ ਤੁਹਾਡੀਆਂ ਵੱਧ ਤੋਂ ਵੱਧ ਕਾਲਸ ਲਵਾਂ ਅਤੇ ਅਸੀਂ ਇਸ ਇਨਕਲਾਬੀ ਕਵੀ ਨੂੰ ਸ਼ਰਧਾਂਜਲੀ ਦੇ ਸਕੀਏ, ਅਸੀਂ ਇਸ ਇਨਕਲਾਬੀ ਕਵੀ ਦੇ ਜੀਵਨ ਬਾਰੇ ਜਿਹੜਾ ਹੈਗਾ ਵੱਧ ਤੋਂ ਵੱਧ ਚਰਚਾ ਕਰ ਸਕੀਏ ਅਤੇ ਉਹਦੇ ਜਨਮ ਦਿਨ ਨੂੰ ਜਿਹੜਾ ਹੈਗਾ ਅਸੀਂ ਮਨਾ ਸਕੀਏ ਅਤੇ ਜਿਹੜੇ ਪੂਰਨਿਆਂ 'ਤੇ ਸਾਨੂੰ ਉਹਨੇ ਚੱਲਣ ਲਈ ਕਿਹਾ ਹੈਗਾ ਉਹਨਾਂ ਪੂਰਨਿਆਂ 'ਤੇ ਅਸੀਂ ਚੱਲ ਸਕੀਏ। ਇਸ ਲੇਖ ਦਾ ਨਾਂ ਜਿਹੜਾ ਪਾਸ਼ ਨੂੰ ਯਾਦ ਕਰਦਿਆਂ ਮੈਂ ਲਿਖਿਆ ਸੀ। 23 ਮਾਰਚ 1988 ਨੂੰ ਲੋਹੜੇ ਵੇਲੇ ਜਦ ਪਾਸ਼ ਦੇ ਕਤਲ ਦਾ ਮੈਨੂੰ ਪਤਾ ਲੱਗਾ ਤਾਂ ਭਾਰੇ ਕਦਮਾਂ ਅਤੇ ਪਥਰਾਈਆਂ ਅੱਖਾਂ ਨਾਲ ਮੈਂ ਘਰ ਵੱਲ ਤੁਰ ਪਿਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਜਾ ਕੇ ਮਨ ਹੌਲਾ ਕਰਦਾ ਹਾਂ। ਰਿਸ਼ਤੇਦਾਰਾਂ ਦੇ ਘਰ ਗਿਆ ਤਾਂ ਉਹ ਘਰ ਖਾਲੀ ਸੀ, ਦਰਵਾਜ਼ੇ ਖੜਕਾਏ, ਘੰਟੀਆਂ ਵਜਾਈਆਂ, ਸਭ ਕੁਛ ਪਾਸ਼ ਵਾਂਗ ਹੁਣ ਚੁੱਪ ਸੀ। ਮੈਂ ਬੋਰੇ ਹੋਏ ਨੇ ਸੜਕ 'ਤੇ ਇੱਧਰ ਉੱਧਰ 3-4 ਚੱਕਰ ਕੱਢੇ। ਮੇਰੀ ਸਮਝ ਵਿੱਚ ਕੁਝ ਨਾ ਆਵੇ ਕਿ ਉਹਦੇ ਰਿਸ਼ਤੇਦਾਰ ਹੁਣ ਕਿੱਥੇ ਚਲੇ ਗਏ ਹਨ। ਮੈਨੂੰ ਇਸ ਸੜਕ 'ਤੇ ਨਾ ਕੋਈ ਜਾਣਦਾ ਸੀ ਅਤੇ ਨਾ ਹੀ ਕੋਈ ਭਾਰਤੀ ਦਿਸਿਆ ਜਿਹਦੇ ਕੋਲੋਂ ਉਹਨਾਂ ਦਾ ਥਾਂ ਟਿਕਾਣਾ ਪੁੱਛ ਸਕਾਂ। ਮੈਂ ਤਰਲੋ ਮੱਛੀ ਹੋਇਆ ਫਿਰਦਾ ਤੜਫ ਰਿਹਾ ਸਾਂ। ਮੇਰਾ ਰੋਣਾ ਮੇਰੇ ਸੰਗ ਵਿੱਚ ਫਸਿਆ ਪਿਆ ਸੀ। ਅੱਖਾਂ ਰੋਹ ਅਤੇ ਅੱਥਰੋਂ ਨਾਲ ਤਾਲੋ ਤਾਲ ਹੋਈਆਂ ਪਈਆਂ ਸਨ। ਸਵੇਰ ਦਾ ਮੈਂ ਭੁੱਖਾ ਸਾਂ। ਘਰ ਆ ਕੇ ਕਿਸੇ ਚੀਜ਼ ਨੂੰ ਖਾਣ ਲਈ ਮਨ ਨਾ ਮੰਨਿਆ ਅਤੇ ਮੈਂ ਕੰਬਲ ਲੈ ਕੇ ਬਿਨਾਂ ਕੋਈ ਗੱਲ ਕਿਸੇ ਨਾਲ ਸਾਂਝੀ ਕੀਤਿਆਂ ਮੰਜੇ 'ਤੇ ਜਾ ਪਿਆ ਕਿ ਮੈਂ ਠੀਕ ਨਹੀਂ ਹਾਂ, ਮੈਨੂੰ ਉਠਾਇਓ ਨਾ। ਭੁੱਬਾ ਮਾਰ ਮੇਰੇ ਕੋਲੋਂ ਰੋਇਆ ਨਹੀਂ ਸੀ ਜਾ ਰਿਹਾ ਅਤੇ ਨਾ ਹੀ ਨੀਂਦ ਮੈਨੂੰ ਆ ਰਹੀ ਸੀ। ਮੇਰੇ ਦਿਮਾਗ ਵਿੱਚ ਪਾਸ਼ ਦੀਆਂ ਯਾਦਾਂ ਘੁੰਮ ਰਹੀਆਂ ਸਨ ਕਿ ਜਦ 3 ਵਰ੍ਹੇ ਪਹਿਲਾਂ 1985 ਵਿੱਚ ਹਿੰਦੁਸਤਾਨ ਗਿਆ ਸੀ ਤਾਂ ਆਪਣੇ ਪਿੰਡ ਸੁਰਿੰਦਰ ਮਾਸਟਰ ਜੀ ਕੋਲੋਂ ਪੁੱਛਿਆ ਸੀ ਕਿ ਮੈਨੂੰ ਪਾਸ਼ ਤਾਂ ਮਿਲਾ, ਤਾਂ ਉਹਨੇ ਕਿਹਾ ਸੀ ਕਿਸੇ ਦਿਨ ਉਹਦੇ ਪਿੰਡ ਚਲੇ ਜਾਵਾਂਗੇ। ਮੇਰੇ ਦਿਲ ਵਿੱਚ ਇੱਕ ਇੱਜ਼ਤ, ਇੱਕ ਮਾਣ ਅਤੇ ਸ਼ਰਧਾ ਦੀ ਹੱਦ ਤੱਕ ਤੇਹ ਭਰਿਆ ਪਿਆ ਸੀ ਕਿ ਇਨਕਲਾਬੀ ਕਵੀ ਪਾਸ਼ ਮੇਰੇ ਗੁਆਂਢ ਦੇ ਪਿੰਡ ਦਾ ਹੈ, ਮੇਰੇ ਇਲਾਕੇ ਦਾ ਹੈ, ਮੇਰਾ ਹਮ ਉਮਰ ਹੈ, ਮੇਰੀ ਸੋਚ ਵਾਲਾ ਹੈ, ਪਾਸ਼ ਮੇਰਾ ਹੈ। ਸੁਰਿੰਦਰ, ਜਿਸ ਨੂੰ ਪਾਸ਼ ਅਤੇ ਪਿੰਡ ਵਾਲੇ ਬਾਹਮਣਾ ਦਾ ਸ਼ਿੰਦਾ ਕਹਿੰਦੇ ਹਨ, ਮੈਨੂੰ ਦੁਆਰਾ ਮਿਲ ਨਾ ਸਕਿਆ ਅਤੇ ਪਿੰਡ ਮੈਂ ਜ਼ਿਆਦਾ ਦਿਨ ਰਹਿ ਨਾ ਸਕਿਆ। ਪਾਸ਼ ਨਾਲ ਮੇਰੇ ਮੇਲੇ ਨਾ ਹੋ ਸਕੇ। ਮੈਂ ਇਸ ਪਿਆਸ ਨਾਲ ਪਿੰਡ ਛੱਡ ਬਰਤਾਨੀਆ ਆ ਗਿਆ। ਜ਼ਿਆਦਾ ਦਿਨ ਪਿੰਡ ਰਹਿਣ ਤੋਂ ਝੱਕਦਾ ਵੀ ਸਾਂ। ਇਹ ਡਰ ਉਸ ਵੇਲੇ ਹੋਰ ਵੀ ਵੱਧ ਗਿਆ ਜਦ ਮੇਰੇ ਇੱਕ ਪੱਤਰਕਾਰ ਦੋਸਤ ਨੇ ਦੱਸਿਆ, ਜਰਾ ਬਚ ਕੇ ਰਹੀ, ਇਹਨਾਂ ਸਹੁਰੀ ਦਿਆਂ ਦਾ ਕੀ ਪਤਾ। ਕਾਲਜ ਦੇ ਦਿਨਾਂ ਸਾਲ 1971-72 ਵਿੱਚ ਪਿੰਡ ਦੇ ਛਿੰਦੇ ਬਾਰੇ ਪਤਾ ਸੀ ਕਿ ਉਹ ਨਕਸਲਵਾੜੀਆਂ ਨਾਲ ਰਲਿਆ ਹੈ। ਉੱਗੀ ਦਾ ਕਵੀ ਪਾਸ਼ ਵੀ ਉਹਦੇ ਨਾਲ ਹੈ। ਬਸ ਇਸ ਤੋਂ ਜ਼ਿਆਦਾ ਮੈਨੂੰ ਪਾਸ਼ ਬਾਰੇ ਨਹੀਂ ਸੀ ਪਤਾ। ਮੇਰਾ ਇੱਕ ਨਕੋਦਰ ਤੋਂ ਦੋਸਤ ਵੀ ਦੱਸਦਾ ਸੀ ਕਿ ਸਾਡੇ ਸ਼ਹਿਰ ਕਿਸੇ ਫੋਟੋਗ੍ਰਾਫਰ ਨੂੰ ਪੁਲਿਸ ਨੇ ਫੜ ਲਿਆ ਕਿ ਉਹ ਨਕਸਲਵਾੜੀ ਹੈ ਅਤੇ ਉਹ ਘਰ ਦੀਆਂ ਕੰਧਾਂ ਟੱਪਦਾ ਫਿਰਦਾ ਸੀ ਜਦ ਪੁਲਿਸ ਨੇ ਛਾਪਾ ਮਾਰਿਆ ਸੀ। ਇਹ ਫੋਟੋਗ੍ਰਾਫਰ ਹੁਣ ਜਦ ਅਮਰਜੀਤ ਚੰਦਨ ਬਲੈਦ ਵਿੱਚ ਮਿਲਿਆ ਤਾਂ ਹੋਰ ਕੋਈ ਨਹੀਂ ਸੀ, ਅਮਰਜੀਤ ਚੰਦਨ ਹੀ ਸੀ। ਸਿੰਘਾਂ ਪਿੰਡ ਦਾ ਮੇਰਾ ਪੰਜਾਬੀ ਦਾ ਅਧਿਆਪਕ ਹਿੰਮਤ ਸਿੰਘ ਵੀ ਇਹਨਾਂ ਦੇ ਟੋਲੇ ਦਾ ਸੀ। ਮੈਨੂੰ ਯਾਦ ਹੈ ਜਦ ਮੇਰਾ ਇੱਕ ਪਿੰਡੂ ਮੈਨੂੰ ਦੱਸਦਾ ਸੀ ਕਿ ਹਿੰਮਤ ਮਾਸਟਰ ਨੂੰ ਪੁਲਿਸ ਨੇ ਫੜ ਕੇ ਬਾਹਵਾ ਕੁੱਟਿਆ। ਉਹਨੇ ਪੁਲਿਸ ਦੁਆਲੇ ਡਾਂਗ ਕੱਢ ਲਈ ਕਿ ਅਸੀਂ ਹੁਣ ਇਨਕਲਾਬ ਲੈ ਆਉਣਾ ਹੈ। ਉਸ ਵੇਲੇ ਮੈਂ ਇਹਨਾਂ ਸਭ ਵੱਲ ਬੜੇ ਚਾਅ ਅਤੇ ਡਰ ਨਾਲ ਦੇਖਦਾ ਹੁੰਦਾ ਸਾਂ ਕਿ ਮੈਂ ਵੀ ਤੁਹਾਡੇ ਨਾਲ ਹਾਂ, ਪਰ ਘਰਦਿਆਂ ਅਤੇ ਮੇਰੀ ਪੜ੍ਹਾਈ ਨੇ ਮੈਨੂੰ ਘਰੋਂ ਹਿੱਲਣ ਨਾ ਦਿੱਤਾ। ਮੈਨੂੰ ਯਾਦ ਹੈ ਜਦ ਇੱਕ ਵਾਰ ਮੈਨੂੰ ਇੱਕ ਰਸਾਲਾ ਲੋਕ ਯੁੱਧ ਮੇਰੇ ਇੱਕ ਪੇਂਡੂ ਦੋਸਤ ਬੱਸ ਕੰਡਕਟਰ ਨੇ ਦਿੱਤਾ ਸੀ ਕਿ ਉਹਨੂੰ ਇਹ ਬੱਸ ਵਿੱਚੋਂ ਮਿਲਿਆ ਸੀ ਤਾਂ ਦੋਸਤ ਦੱਸਿਆ ਇਹ ਨਕਸਲਵਾੜੀਆਂ ਦਾ ਹੈ, ਜੇ ਪੁਲਿਸ ਦੇਖ ਲਿਆ ਤਾਂ ਕੁੱਟ-ਕੁੱਟ ਕੇ ਦੁੰਬਾ ਬਣਾ ਦੇਵੇਗੀ। ਮੈਂ ਉਹ ਚੋਰੀ ਪੜ੍ਹ ਕੇ ਉਹਨੂੰ ਵਾਪਸ ਦੇ ਦਿੱਤਾ, ਭਰਾਵਾ ਇਹਨੂੰ ਤੂੰ ਆਪਣੇ ਕੋਲ ਹੀ ਰੱਖ। ਇਹ ਸਭ ਗੱਲਾਂ ਡਰਦੀਆਂ ਅਤੇ ਮੇਰੀ ਸਿਆਸੀ ਕਚਿਆਈ ਦੀਆਂ ਸਨ।
मैं अपने इस दोस्त नाल अखौती नक्सलवाड़ी बनया फिरदा सां। जवानी के जोश में दाढ़ी मुੱਛਾਂ भी ਵਧਾ ਲਈਆਂ सन ਅਤੇ कुड़ते के बटन खोल के एवें पासे मार मार तुरदा सां। नवां रूसी ਸਾਹਿਤ पढ़ रहा सां। ਕਾਲਜ ਵਿੱਚ ਕਿਸੇ ਦੋਸਤ ਦੀ ਦਾੜੀ ਅਤੇ ਮੁੱਛਾਂ ਵੱਲ ਦੇਖ ਕੇ ਉਹਦਾ ਨਾਂ ਨਕਸਲਵਾੜੀ ਰੱਖਿਆ ਤੇ ਜਦ ਵੀ ਅਸੀਂ ਟੀਚਰ ਨਾਲ ਉਹਨੂੰ ਨਕਸਲਵਾੜੀ ਕਹਿੰਦੇ ਉਹ ਹੁੱਬ ਜਾਂਦਾ। ਜਦ ਪਾਸ਼ ਬਰਤਾਨੀਆ ਆਇਆ ਤਾਂ ਅਜਮੇਰ ਕਮੈਂਟਰੀ ਫੋਨ ਤੇ ਦੱਸਿਆ ਕਿ ਪਾਸ਼ ਤੇਰੇ ਗੁਆਂਢ ਆਪਣੇ ਰਿਸ਼ਤੇਦਾਰਾਂ ਦੇ ਆਇਆ ਹੋਇਆ ਹੈ। ਮੈਂ ਝੱਟ ਫੋਨ ਘੁਮਾ ਕੇ ਇੱਕ ਹਲਾਸ ਨਾਲ ਉਹਦਾ ਬੋਲ ਸੁਣ ਲਈ ਤਾਬਲਾ ਹੋ ਉੱਠਿਆ। ਮਿੰਟ ਕੁ ਬਾਅਦ ਪਾਸ਼ ਨਾਲ ਗੱਲ ਹੋਣ ਲੱਗੀ। ਮੈਨੂੰ ਸਮਝ ਨਾ ਲੱਗੇ ਕਿ ਉਹਦੇ ਨਾਲ ਕਿੱਥੋਂ ਗੱਲ ਸ਼ੁਰੂ ਕਰਾਂ। ਸਰਸਰੀ ਹਾਲ ਚਾਲ ਪੁੱਛ ਕੇ ਉਹਨੂੰ ਸ਼ਾਮ ਨੂੰ ਮਿਲਣ ਦਾ ਵਾਅਦਾ ਕਰ ਲਿਆ। ਉਸੇ ਸ਼ਾਮ ਅਜਮੇਰ ਕਮੈਂਟਰੀ ਵੀ ਮੇਰੇ ਘਰ ਆ ਗਿਆ। ਅਸੀਂ ਦੋਵਾਂ ਪਾਸ਼ ਦੇ ਰਿਸ਼ਤੇਦਾਰਾਂ ਦਾ ਜਾ ਕੁੰਡਾ ਖੜਕਾਇਆ ਤੇ ਦੱਸਿਆ ਹਰੀਸ਼ ਅਤੇ ਅਜਮੇਰ ਪਾਸ਼ ਨੂੰ ਮਿਲਣ ਆਏ ਹਾਂ। ਪੌੜੀਆਂ ਤੋਂ ਹੇਠਾਂ ਭੱਜਾ ਆਇਆ ਪਾਸ਼ ਸਾਨੂੰ ਦੋਵਾਂ ਨੂੰ ਜੱਫੀ ਵਿੱਚ ਲੈ ਕੇ ਉੱਡ ਕੇ ਮਿਲਿਆ। ਨਾ ਕਰਦਿਆਂ ਚਾਹ ਪੀਣ ਤੋਂ ਬਾਅਦ ਅਸੀਂ ਪਾਸ਼ ਨੂੰ ਬਾਹਰ ਲਾਏ ਤੇ ਆ ਮੇਰੇ ਘਰ ਡੇਰੇ ਲਾ ਲਏ। ਬੀਅਰ ਖੋਲ ਜਦ ਮੈਂ ਪਾਸ਼ ਦੇ ਹੱਥ ਫੜਾਈ ਤਾਂ ਉਹਨੇ ਅਤਿਆਦ ਨਾਲ ਸੰਗਦਿਆਂ ਪੁੱਛਿਆ ਕਿ ਮੈਂ ਬੱਤੀ ਪੀ ਸਕਦਾ। ਕਾਮਰੇਡ ਭਾਵੇਂ ਤੂੰ ਹੁੱਕਾ ਪੀ, ਮੈਂ ਜਵਾਬ ਦਿੱਤਾ। ਥੋੜ੍ਹੀ ਦੇਰ ਬਾਅਦ ਜਿਵੇਂ ਪਾਸ਼ ਦਾ ਦਮ ਘੁੱਟਣ ਲੱਗ ਪਿਆ ਹੋਵੇ ਤੇ ਅਸੀਂ ਮੇਰੇ ਘਰ ਦੇ ਪਿੱਛੇ ਮੀਲੋਂ ਮੀਲ ਵਿਛੇ ਖੁੱਲ੍ਹੇ ਖੇਤਾਂ ਵੱਲ ਹੋ ਤੁਰੇ। ਖੇਤ ਦੇਖ ਪਾਸ਼ ਜਿਵੇਂ ਖਿੜ ਗਿਆ ਹੋਵੇ, ਬਈ ਵਾਹ ਆਹ ਤਾਂ ਬਹੁਤ ਵਧੀਆ। ਅਜਮੇਰ ਅਤੇ ਮੈਂ ਹੁਣ ਪਾਸ਼ ਨੂੰ ਬਰਤਾਨੀਆ ਦੀ ਸਿਆਸਤ ਅਤੇ ਕਾਲੇ ਲੋਕਾਂ ਦੀ ਜਦੋਜਹਿਦ ਬਾਰੇ ਦੱਸ ਰਿਹਾ ਸਾਂ। ਸਾਡੀ ਦਲੀਲ ਨਾਲ ਕੀਤੀ ਚੀਰ ਫਾੜ ਉਹ ਬੜੇ ਗੌਰ ਨਾਲ ਸੁਣ ਰਿਹਾ ਸੀ। ਨਸਲਵਾਦ ਵਰਗੇ ਮਾਰੂ ਹਥਿਆਰ ਨੂੰ ਗੋਰੇ ਕਿਵੇਂ ਵਰਤੋਂ ਵਿੱਚ ਲਿਆਉਂਦੇ ਹਨ ਹੁਣ ਸੁਣ ਪਾਸ਼ ਹੈਰਾਨ ਹੋ ਰਿਹਾ ਸੀ ਤੇ ਅਸੀਂ ਜਾਤੀ ਤਜਰਬੇ ਤੋਂ ਲੈ ਕੇ ਕਿਤਾਬਾਂ ਦੇ ਹਵਾਲੇ ਵੀ ਨਾਲ ਦੇ ਰਹੇ ਸਾਂ। ਤਕਰੀਬਨ 4 ਘੰਟੇ ਦੀ ਮਿਲਣੀ ਨੇ ਸਵਾਦ ਲੈ ਦਿੱਤਾ ਸੀ ਕਿ ਇਹੋ ਜਿਹੀ ਸੋਚ ਵਾਲੀ ਦਿਮਾਗੀ ਪੱਧਰ ਦੇ ਬੰਦੇ ਕਿਵੇਂ ਇੱਕ ਦੂਜੇ ਵੱਲ ਖਿੱਚੇ ਜਾਣ ਤੇ ਗੱਲਬਾਤ ਖੁੱਭ ਜਾਂਦੇ ਹਨ। ਸਮਾਂ ਬੀਤਣ ਦਾ ਸਾਨੂੰ ਪਤਾ ਵੀ ਨਾ ਲੱਗਾ। ਇਸ ਮਿੰਟ ਤੋਂ ਬਾਅਦ ਪਾਸ਼ ਮੈਨੂੰ ਕਈ ਵਾਰ ਮਿਲਿਆ। ਸ਼ਾਮ ਨੂੰ ਜਾਂ ਉਹਦਾ ਫੋਨ ਆ ਜਾਣਾ ਤੇ ਜਾਂ ਮੈਂ ਆਪ ਕਰ ਲੈਣਾ। ਘਰ ਬੈਠ ਕੇ ਉਹ ਜ਼ਿਆਦਾ ਖੁਸ਼ ਨਹੀਂ ਸੀ ਤੇ ਹਰ ਵਾਰੀ ਬਾਹਰ ਖੇਤਾਂ ਵਿੱਚ ਜਾਣ ਲਈ ਕਾਹਲਾ ਪੈਂਦਾ। ਮੈਂ ਪਿੰਡ ਦੇ ਬਾਹਮਣਾ ਦੇ ਸ਼ਿੰਦੇ ਹਿੰਮਤ ਸਿੰਘ ਮਾਸਟਰ ਤੋਂ ਲੈ ਕੇ ਕਰਨੈਲ ਨਿੱਜਰ ਤੱਕ ਪਾਸ਼ ਨਾਲ ਗੱਲਾਂ ਕੀਤੀਆਂ। ਨਕਸਲਵਾੜੀ ਲਹਿਰ ਬਾਰੇ ਗੱਲਾਂ ਕਰਦਿਆਂ ਪਾਸ਼ ਨੂੰ ਮੈਂ ਕਿਹਾ, ਨਕਸਲਵਾੜੀ ਲਹਿਰ ਦਾ ਦੌਰ ਸਾਡਾ ਇਤਿਹਾਸ ਹੈ। ਗੱਲ ਗਲਤ ਜਾਂ ਸਹੀ ਪੈਂਤੜੇ ਦੀ ਨਹੀਂ, ਪਰ ਉਹਨੂੰ ਤਰਤੀਬ ਨਾਲ ਲਿਖਣ ਦੀ ਲੋੜ ਹੈ। ਅਸੀਂ ਇਹ ਕੰਮ ਕਿਉਂ ਨਹੀਂ ਕਰਦੇ ਤਾਂ ਕਿ ਜੋ ਵੀ ਉਸ ਵਿੱਚ ਜੂਝਿਆ ਉਹਦਾ ਪਤਾ ਲੱਗੇ। ਪਾਸ਼ ਚੁੱਪ ਹੋ ਗਿਆ ਅਤੇ ਸੋਚਣ ਲੱਗ ਪਿਆ। ਮੈਂ ਫਿਰ ਸ਼ੁਰੂ ਹੋ ਗਿਆ, ਇਸ ਇਤਿਹਾਸ ਨੂੰ ਨਾਵਲ ਜਾਂ ਵੈਸੇ ਹੀ ਵਾਰਤਕ ਵਿੱਚ ਲਿਖਿਆ ਜਾ ਸਕਦਾ। ਅਗਰ ਤੁਸੀਂ ਜਾਂ ਕੋਈ ਹੋਰ ਨਹੀਂ ਲਿਖਣਾ ਚਾਹੁੰਦਾ ਤਾਂ ਅਮਰਜੀਤ ਚੰਦਰ ਨੂੰ ਕਹੋ ਕਿ ਉਹ ਲਿਖੇ। ਹੁਣ ਉਹਦੀ ਅੱਖਾਂ ਚਮਕੀਆਂ। ਹਾਂ, ਅਮਰਜੀਤ ਨੂੰ ਲਿਖਣਾ ਚਾਹੀਦਾ ਹੈ, ਉਹਦੇ ਨਾਲ ਗੱਲ ਕਰਾਂਗੇ। ਅਮਰੀਕਾ ਵਿੱਚ ਬੈਠੇ ਕਾਮਰੇਡਾਂ ਬਾਰੇ ਪਾਸ਼ ਬੜੀ ਖੁੱਲ੍ਹ ਕੇ ਗੱਲ ਕੀਤੀ। ਉਹਨਾਂ ਤਾਂ ਇੱਕ ਬੰਦਾ ਪੂਰੇ ਸਮੇਂ ਲਈ ਨੌਕਰੀ ਵਾਂਗ ਰੱਖਿਆ ਹੋਇਆ ਹੈ ਜੋ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਦਾ ਪੂਰਾ ਖਿਆਲ ਰੱਖਦਾ ਹੈ। ਤੇ ਫਿਰ ਉਹ ਰੋਟੀ ਕਿੱਥੋਂ ਖਾਂਦਾ? ਮੈਂ ਸਵਾਲ ਕੀਤਾ। ਉਹਨੂੰ ਬਾਕੀ ਕਾਮਰੇਡ ਤਨਖਾਹ ਵਾਂਗ ਪੱਲਿਓਂ ਪੈਸੇ ਇਕੱਠੇ ਕਰਕੇ ਦਿੰਦੇ ਆ। ਮੈਂ ਇਹ ਸੁਣ ਬੜਾ ਖੁਸ਼ ਹੋਇਆ। ਪਾਸ਼ ਮੈਨੂੰ ਦੱਸਦਾ ਰਿਹਾ ਅਮਰੀਕਾ ਵਿੱਚ ਖਾਲਿਸਤਾਨੀ ਸਾਡੇ ਤੋਂ ਤਰਬਕਦੇ ਆ। ਉੱਥੇ ਦਾ ਟੀਵੀ, ਰੇਡੀਓ ਅਤੇ ਅਖਬਾਰਾਂ ਸਾਡੀ ਗੱਲ ਨੂੰ ਉਭਾਰ ਕੇ ਲਿਖਦੇ ਆ। ਖਾਲਿਸਤਾਨੀਆਂ ਕੋਲ ਕੋਈ ਦਲੀਲ ਨਹੀਂ ਅਤੇ ਇਸੇ ਕਰਕੇ ਸਾਡੇ ਨਾਲ ਬਹਿਸ ਨਹੀਂ ਕਰਦੇ। ਅਸੀਂ ਗੁਰਦੁਆਰਿਆਂ ਮੂਹਰੇ ਜਾ ਕੇ ਕਈ ਵਾਰ ਇਹਨਾਂ ਨਾਲ ਝੜਪਾਂ ਕਰਕੇ ਇਹਨਾਂ ਨੂੰ ਭਜਾਇਆ ਹੈ। ਖਾਲਿਸਤਾਨੀਆਂ ਵਿੱਚ ਦਲੀਲ ਦਾ ਖਾਨਾ ਨਹੀਂ, ਇਹ ਤਾਂ ਕਾਂਗਰਸੀਆਂ ਨਾਲੋਂ ਵੀ ਮਾੜੇ ਆ। ਕਾਂਗਰਸੀਆਂ ਘੱਟੋ ਘੱਟ ਜਾਤੀ ਆਜ਼ਾਦੀ ਦਾ ਹੱਕ ਤਾਂ ਨਹੀਂ ਸੀ ਹੋਇਆ ਕਿ ਤੁਸੀਂ ਕਿਹੜੇ ਕੱਪੜੇ ਪਾ ਸਕਦੇ ਹੋ, ਕੇਸ ਦਾੜੀ ਮੁੱਛਾਂ ਰੱਖੋ ਚਾਹੇ ਨਾ ਰੱਖੋ, ਸਾਫ਼ ਕਰੋ। ਖਾਲਿਸਤਾਨੀਏ ਆਪਣੀਆਂ ਕਦਰਾਂ ਕੀਮਤਾਂ ਸਾਡੇ ਉੱਪਰ ਠੋਸਦੇ ਆ। ਨਾਈਆਂ, ਦਰਜੀਆਂ ਅਤੇ ਬੁੱਚੜਾਂ ਦੀਆਂ ਦੁਕਾਨਾਂ ਬੰਦ ਕਰ ਰਹੀਆਂ, ਕਿੱਥੋਂ ਦੀ ਇਨਸਾਨੀਅਤ ਆ। ਪਾਸ਼ ਹੁਣ ਬੜੇ ਸਮੇਂ ਨਾਲ ਗੱਲਾਂ ਕਰ ਰਿਹਾ ਸੀ। ਕਾਂਗਰਸ ਦਾ ਹਾਲ ਇਹ ਆ ਕਿ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਕਿ ਕਾਮਰੇਡ ਇਹਨਾਂ ਸਿਰਫ ਖਾਲਿਸਤਾਨੀਆਂ ਦੇ ਖਿਲਾਫ ਆ, ਫਿਰ ਵੀ ਜਦ ਕਿਸੇ ਸਧਾਰਨ ਆਦਮੀ ਦਾ ਕਤਲ ਹੋ ਜਾਂਦਾ ਤਾਂ ਕਾਮਰੇਡਾਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ। ਇਹ ਗੱਲ ਮੇਰੇ ਨਾਲ ਕਈ ਵਾਰ ਵਾਪਰ ਚੁੱਕੀ ਆ ਅਤੇ ਕਾਮਰੇਡਾਂ ਨੂੰ ਦਵੱਲੀ ਲੜਾਈ ਲੜਨੀ ਪੈ ਰਹੀ ਹੈ। ਖਾਲਿਸਤਾਨੀਆਂ ਨਾਲ ਅਤੇ ਕਾਂਗਰਸ ਨਾ ਬਰਤਾਨੀਆ ਦੇ ਮੁਕਾਬਲੇ ਹਿੰਦੁਸਤਾਨ ਵਿੱਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਬਾਰੇ ਵੀ ਮੈਂ ਗੱਲਾਂ ਕਰਨ ਲੱਗ ਪਿਆ। ਕੀ ਕਦੇ ਸਾਡੇ ਮੁਲਕ ਵਿੱਚੋਂ ਇਹ ਗੰਦ ਦੂਰ ਵੀ ਹੋਵੇਗਾ? ਉੱਥੇ ਇੱਕ ਝੋਲਾ ਪਿਆ ਹੋਇਆ ਹੈ। ਜਾਤ ਪਾਤ ਅਤੇ ਧਰਮ ਨੇ ਦਿਮਾਗ ਵਿੰਨੇ ਪਏ ਹਨ। ਸਭ ਦੇਖ ਮਨ ਉਦਾਸ ਹੁੰਦਾ। ਤੈਨੂੰ ਪਤਾ ਜਦ ਰੂਸ ਵਿੱਚ ਇਨਕਲਾਬ ਆਇਆ ਤਾਂ ਉੱਥੇ ਵੀ ਇਹੋ ਕੋਸ਼ਿਸ਼ ਸੀ। ਗੱਲ ਤਾਂ ਸਰਕਾਰੀ ਢਾਂਚਾ ਬਦਲਣ ਦੀ ਹੈ। ਹਾਂ, ਮੈਂ ਗੱਲ ਮੰਨਦਾ, ਪਰ ਕੀ ਕਦੇ ਹਿੰਦੁਸਤਾਨ ਵਿੱਚ ਇਨਕਲਾਬ ਆਵੇਗਾ ਵੀ? ਮੈਂ ਸਵਾਲ ਕੀਤਾ। ਹਾਂ ਆਵੇਗਾ, ਪਰ ਵਕਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਆਪਣਾ ਕੰਮ ਕੋਸ਼ਿਸ਼ ਕਰਨਾ ਅਤੇ ਉਹ ਆਪਾਂ ਕਰ ਰਹੇ ਹਾਂ। ਔਰਤਾਂ ਨਾਲ ਬੇਇਨਸਾਫੀ ਅਤੇ ਇਹਨਾਂ ਸਾਡੇ ਇਤਿਹਾਸ ਦੇ ਵੱਡੇ ਥੰਮਾਂ ਦੀਆਂ ਅਯਾਸ਼ੀਆਂ ਦੀ ਮੈਂ ਪਾਸ਼ ਨਾਲ ਬਿਠਾ ਕਾਲ ਖਲੇਰਦਾ ਰਿਹਾ। ਸਾਡੀਆਂ ਉਸ ਦਿਨ ਗੱਲਾਂ ਰਾਤ ਦੇ 1 ਵਜੇ ਜਾ ਕੇ ਖਤਮ ਹੋਈਆਂ। ਉਹ ਵੀ ਇਸ ਕਰਕੇ ਕਿ ਮੈਂ ਸਵੇਰ ਨੂੰ ਕੰਮ 'ਤੇ ਜਾਣਾ ਸੀ। ਅਸੀਂ ਕੱਲ੍ਹ ਫਿਰ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਸ਼ਾਮ ਨੂੰ ਜਦ ਪਾਸ਼ ਘਰ ਆਇਆ ਤਾਂ ਮੇਰੇ 2 ਸੋਸ਼ਲ ਵਰਕਰ ਦੋਸਤ ਘਰ ਆਏ ਬੈਠੇ ਸੀ। ਅਸੀਂ ਪੱਬ ਨੂੰ ਜਾ ਨਿਕਲੇ। ਇੱਕ ਦੋਸਤ ਆਪਣੇ ਇਸ਼ਕ ਦੇ ਕਿੱਸੇ ਸੁਣਾ ਰਿਹਾ ਸੀ। ਮੇਰੀ ਯਾਰੀ ਥਾਣੇਦਾਰ ਦੀ ਕੁੜੀ ਨਾਲ ਸੀ। ਹੈਂ? ਪਾਸ਼ ਗਿਆ।
ਉਹਨੂੰ ਇਵੇਂ ਲੱਗਾ ਕਿ ਥਾਣੇਦਾਰ ਦੀ ਕੁੜੀ ਨਾਲ ਯਾਰੀ ਇੱਕ ਕਿਸਮ ਦਾ ਥਾਣੇਦਾਰ ਤੋਂ ਬੈਰ ਦਾ ਬਦਲਾ ਲੈਣ ਵਾਲੀ ਗੱਲ ਹੋਵੇ। ਪਾਸ਼ ਬੜੀ ਦਿਲਚਸਪੀ ਨਾਲ ਸਾਰੀ ਵਰਤਾ ਸੁਣੀ। ਦੂਜਾ ਦੋਸਤ ਆਪ ਦੇ ਅਫੀਮ ਖਾਣ ਦੇ ਤਜਰਬੇ ਬਾਰੇ ਦੱਸ ਰਿਹਾ ਸੀ। ਨਸ਼ਾ ਤਾਂ ਬਸ ਅਫੀਮ ਦਾ ਹੈ। ਅਫੀਮ ਖਾ ਕੇ ਆਦਮੀ ਪਿਆਰ ਵਿੱਚ ਗੁੜਚ ਹੋ ਜਾਂਦਾ, ਕਿਸੇ ਨਾਲ ਲੜਨ ਝਗੜਨ ਨੂੰ ਮਨ ਹੀ ਨਹੀਂ ਕਰਦਾ। ਇਹਦਾ ਆਪਣਾ ਹੀ ਹਿਲਾਰਾ, ਇਹਦੀ ਆਪਣੀ ਹੀ ਮਸਤੀ ਆ। ਪਾਸ਼ ਇਸ ਗੱਲ 'ਤੇ ਅੰਗੂਠਾ ਲਾਉਣ ਲੱਗ ਪਿਆ। ਮੈਨੂੰ ਵੀ ਇਹਦਾ ਤਜਰਬਾ। ਜਦ ਪੁਲਿਸ ਵਾਲਿਆਂ ਫੜ ਕੇ ਮੈਨੂੰ ਵਾਹਵਾ ਕੁੱਟਿਆ ਤਾਂ ਇੱਕ ਸਿਪਾਹੀ ਨੂੰ ਮੇਰੇ 'ਤੇ ਤਰਸ ਆ ਗਿਆ। ਰਾਤ ਨੂੰ ਉਹਨੇ ਮੈਨੂੰ ਥੋੜ੍ਹੀ ਜਿਹੀ ਅਫੀਮ ਦੇ ਦਿੱਤੀ ਕਿ ਖਾ ਲਵਾਂ, ਇਹਦੇ ਨਾਲ ਸੱਟਾਂ ਦਾ ਦਰਦ ਘਟ ਜਾਵੇਗਾ। ਮੈਂ ਅਫੀਮ ਮੂੰਹ ਵਿੱਚ ਪਾ ਲਈ। ਬਸ ਦੇਖ ਲਾ, ਫਿਰ ਮੈਨੂੰ ਨਹੀਂ ਪਤਾ ਕਿ ਸੱਟਾਂ ਕਿੱਥੇ ਗਈਆਂ। ਮੇਰੀ ਲਿਖਤ ਮੇਰੀ ਮਹਿਬੂਬ ਇੱਕ ਸ਼ਾਮ ਜਦ ਮੈਂ ਪਾਸ਼ ਨੂੰ ਪੜ੍ਹ ਕੇ ਸੁਣਾਈ ਤਾਂ ਉਹਨੇ ਕਿਹਾ, ਤੂੰ ਜ਼ਰੂਰ ਇਸ਼ਕ ਕੀਤਾ। ਮੈਂ ਕਿਹਾ, ਮੋਹਨ ਸੰਪਾਦਕ ਪੰਜਾਬੀ ਦਰਪਣ ਦੇ ਇਹ ਫਿੱਟ ਨਹੀਂ ਬੈਠੀ। ਇਹ ਕਹਿੰਦਾ ਕਿ ਭਾਸ਼ਾ ਦੇ ਪੱਖੋਂ ਤੂੰ ਗੱਲ ਨਹੀਂ ਬਣਾ ਸਕਿਆ ਤੇ ਤੂੰ ਸਿੱਧੀਆਂ ਸੱਟਾਂ ਮਾਰੀਆਂ ਨੇ। ਇਹਦੇ 'ਚ ਚੋਰੀ ਚਾਹੁਣ ਜਾਂ ਮੁਹੱਬਤ ਵਾਲੀ ਖੂਬਸੂਰਤੀ ਵੀ ਨਹੀਂ ਹੈ। ਤੇਰੀ ਇਹ ਸਿੱਧੀ ਅਪਰੋਚ ਅਜੇ ਪਾਠਕਾਂ ਦੇ ਫਿੱਟ ਨਹੀਂ ਹੋਣੀ। ਜਦ ਕਿਤਾਬੀ ਰੂਪ ਵਿੱਚ ਇਹ ਛਪੀ ਤੂੰ ਫਿਰ ਦੇਖੀ ਲੋਕੀ ਕੀ ਕਹਿੰਦੇ ਆ। ਪਾਸ਼ ਹਲਾਸ਼ਰੀ ਦਿੱਤੀ। ਮੇਰੀ ਪਹਿਲੀ ਕਿਤਾਬ ਜਾਲੀ ਦੁਨੀਆ ਅਜੇ ਛਪੀ ਨਹੀਂ ਸੀ। ਖਰੜੇ ਦੀ ਕਾਪੀ ਮੈਂ ਪਾਸ਼ ਨੂੰ ਦੇ ਦਿੱਤੀ। ਉਹ ਪੜ੍ਹ ਕੇ ਦੂਜੇ ਦਿਨ ਆ ਗਿਆ, ਬਹੁਤ ਵਧੀਆ ਲਿਖਿਆ। ਕਿਤਾਬ ਨੂੰ ਮੈਂ 5-6 ਵਾਰ ਪੜ੍ਹ ਚੁੱਕਾ, ਬਹੁਤ ਦਿਲਚਸਪ ਆ। ਮੈਨੂੰ ਲੱਗਾ ਪਾਸ਼ ਝੂਠ ਬੋਲ ਰਿਹਾ ਤੇ ਮੈਨੂੰ ਐਵੇਂ ਫੂਕ ਦੇ ਰਿਹਾ। ਕੁਝ ਦਿਨ ਲੰਡਨ ਜਾਣ ਬਾਅਦ ਜਦ ਉਹ ਫਿਰ ਮਿਲਿਆ ਤਾਂ ਉਹਨੇ ਮੈਨੂੰ ਫਿਰ ਕਿਹਾ, ਤੇਰੀ ਕਿਤਾਬ ਦਾ ਖਰੜਾ ਮੈਂ ਕਈਆਂ ਨੂੰ ਪੜ੍ਹ ਨਹੀਂ ਦਿੱਤਾ ਤੇ ਕਈਆਂ ਨੂੰ ਪੜ੍ਹ ਕੇ ਵੀ ਸੁਣਾਇਆ। ਮੈਨੂੰ ਤਾਂ ਇਹ ਸਾਰੀ ਕਹਾਣੀ ਹੁਣ ਜਵਾਨੀ ਯਾਦ ਹੋ ਗਈ ਲੱਗਦੀ ਆ। ਕੀ ਇਹਦੇ ਵਿੱਚ ਤੈਨੂੰ ਕੋਈ ਨੁਕਸ ਨਹੀਂ ਦਿਸਿਆ? ਨੁਕਸ ਹੋਵੇ ਤਾਂ ਦੱਸੇ, ਪਾਸ਼ ਨੇ ਕਿਹਾ। ਮੈਂ ਅਜੇ ਵੀ ਯਕੀਨ ਨਹੀਂ ਸੀ ਕਰ ਰਿਹਾ। ਹੁਣ ਕਿਤਾਬ ਛਪਣ ਬਾਅਦ ਜਦ ਕਈ ਰਿਵਿਊ ਛਪੇ ਤਾਂ ਮੈਨੂੰ ਪਾਸ਼ ਦੀ ਗੱਲ ਠੀਕ ਲੱਗੀ ਕਿ ਉਹ ਐਵੇਂ ਗੁੱਡਾ ਬੰਨਣ ਲਈ ਨਹੀਂ ਸੀ ਕਹਿ ਰਿਹਾ। ਪਾਸ਼ ਨੂੰ ਮੈਂ ਆਪਣੀਆਂ ਕਈ ਲਿਖਤਾਂ ਪੜ੍ਹ ਕੇ ਸੁਣਾਈਆਂ। ਉਹ ਬੜੇ ਗੌਰ ਨਾਲ ਸੁਣਦਾ। ਗੋਰੀ ਧਰਤੀ ਮੇਰੇ ਲੋਕ ਕਾਲਮ ਉਹਦੇ ਬੜਾ ਮਨ ਲੱਗਾ। ਜਦ ਪਾਸ਼ ਨੇ ਦੱਸਿਆ ਕਿ ਖਾਲਿਸਤਾਨ ਕੇ ਜੱਟਸਤਾਨ ਲੇਖ ਹਿੰਦੁਸਤਾਨ ਵਿੱਚ ਛਪ ਚੁੱਕਾ ਹੈ ਤਾਂ ਉਹਨੇ ਕੰਨ ਖੜੇ ਕਰ ਲਏ ਕਿ ਮੈਂ ਉਹਨੂੰ ਉਹ ਪੜ੍ਹ ਕੇ ਜ਼ਰੂਰ ਸੁਣਾਵਾਂ। ਉਹ ਲੇਖ ਪਤਾ ਨਹੀਂ ਕਿੱਥੇ ਸਾਂਭ ਕੇ ਰੱਖ ਬੈਠਾ ਸਾਂ। ਫਰੋਲਾ ਫਰੋਲੀ ਤੋਂ ਬਾਅਦ ਵੀ ਉਹ ਲੇਖ ਨਾ ਮਿਲਿਆ। ਮੋਟਾ ਉਹਨੂੰ ਉਹਦੇ ਬਾਰੇ ਦੱਸਿਆ ਤਾਂ ਉਹ ਬੜਾ ਖੁਸ਼ ਹੋਇਆ। ਮੈਂ ਕਿਹਾ, ਕਾਮਰੇਡਾ, ਇੱਥੇ ਲਲਕਾਰ ਵਿੱਚ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਉਹ ਇਹ ਸੁਣ ਹੈਰਾਨ ਰਹਿ ਗਿਆ। ਹੁਣ ਲੇਖ ਮਿਲ ਗਿਆ ਪਰ ਸੁਣਨ ਵਾਲਾ ਪਾਸ਼ ਹੈ ਨਹੀਂ। ਜਿਸ ਦਿਨ ਮੈਂ ਪਾਸ਼ ਅਤੇ ਕੇਸੀ ਮੋਹਨ ਇਕੱਠੇ ਹੋ ਕੇ ਸ਼ੇਕਸਪੀਅਰ ਦਾ ਜਨਮ ਸਥਾਨ ਸਟ੍ਰੈਟਫੋਰਡ ਅਪੌਨ ਏਵਨ ਦੇਖਣ ਗਏ ਤਾਂ ਉਹ ਬੰਦ ਸੀ। ਇੱਕ ਹੋਟਲ ਵਿੱਚ ਚਾਹ ਪੀਂਦਿਆਂ ਪਾਸ਼ ਨੇ ਕਿਹਾ, ਮੈਨੂੰ ਸ਼ੇਕਸਪੀਅਰ ਚੰਗਾ ਨਹੀਂ ਲੱਗਦਾ। ਮੈਂ ਮਨ ਵਿੱਚ ਸੋਚਿਆ ਕਿ ਜੇਕਰ ਇਹ ਗੱਲ ਸੀ ਤਾਂ ਫਿਰ ਇੱਥੇ ਭਲਾ ਆਉਣ ਦੀ ਕੀ ਲੋੜ ਸੀ। ਪਰ ਦੂਜੇ ਪਾਲੀ ਖਿਆਲ ਆਇਆ ਕਿ ਚਲੋ ਇਕੱਠੇ ਬਾਹਰ ਘੁੰਮ ਫਿਰ ਹੋ ਗਿਆ। ਮੈਨੂੰ ਉਹ ਦਿਨ ਵੀ ਹੈਰਾਨੀ ਹੋਈ ਜਿਸ ਦਿਨ ਪਾਸ਼ ਨੂੰ ਮੈਂ ਪੁੱਛਿਆ, ਬਲੈਤ ਵਿੱਚ ਕੁਝ ਦੇਖਿਆ ਵੀ ਹੈ ਜਾਂ ਨਹੀਂ, ਤਾਂ ਉਹਨੇ ਜਵਾਬ ਦਿੱਤਾ, ਮੈਨੂੰ ਤਾਂ ਸਿਰਫ ਇੱਥੇ ਦੀਆਂ ਸੜਕਾਂ ਜਾਂ ਸੋਹੋ ਰੋਡ ਬਾਰੇ ਹੀ ਪਤਾ ਹੈ। ਮੇਰੇ ਮਨ ਨੂੰ ਬੜੀ ਠੇਸ ਲੱਗੀ ਕਿ ਕੀ ਮੈਂ ਇਹਨੂੰ ਸ਼ਹਿਰ ਵਿੱਚ ਲਿਜਾ ਕੇ ਲਾਇਬ੍ਰੇਰੀ, ਅਜਾਇਬ ਘਰ, ਵੱਡੇ ਸਟੋਰ ਅਤੇ ਬੋਟੈਨੀਕਲ ਗਾਰਡਨਸ ਨਹੀਂ ਦਿਖਾ ਸਕਦਾ। ਜਦ ਉਹਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਹਨੇ ਕਿਹਾ, ਤਾਂ ਤੂੰ ਮੈਨੂੰ ਇੱਥੇ ਦੀਆਂ ਹੱਟੀਆਂ ਦਿਖਾਉਣੀਆਂ ਚਾਹੁੰਦਾ। ਗਾਣਿਆਂ ਬਾਰੇ ਇੱਕ ਦਿਨ ਗੱਲ ਕਰਦਿਆਂ ਪਾਸ਼ ਕਿਹਾ, ਕੀ ਤੇਰੇ ਕੋਲ ਫਿਲਮੀ ਗਾਣੇ ਵੀ ਆ? ਤੂੰ ਨਾਂ ਲੈ, ਮੇਰੇ ਕੋਲ ਸਭ ਤਰ੍ਹਾਂ ਦਾ ਮਾਲ ਆ। ਅਮਰੀਕਾ ਵਿੱਚ ਮੈਂ ਦੇਖਿਆ ਕਈ ਕਾਮਰੇਡ ਬਸ ਇਨਕਲਾਬੀ ਸੰਗੀਤ ਹੀ ਸੁਣਦੇ ਆ। ਮੈਨੂੰ ਲੱਗਦਾ ਉਹਨਾਂ ਦਾ ਬਸ ਇੱਕ ਅਵਾਜ਼ ਹੀ ਆ। ਹਰ ਤਰ੍ਹਾਂ ਦਾ ਸੰਗੀਤ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈ, ਭਾਵੇਂ ਕਿ ਲੱਚਰ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ। ਮੇਰੀਆਂ ਕਿਤਾਬਾਂ ਦੇਖਦਿਆਂ ਉਹਨੇ ਜੋਏ ਆਫ ਸੈਕਸ ਕਿਤਾਬ ਪੜ੍ਹਨ ਨੂੰ ਮੰਗੀ ਤੇ 2 ਦਿਨ ਬਾਅਦ ਦੇਣ ਦਾ ਵਾਅਦਾ ਕੀਤਾ। ਜਦ ਕਿਤਾਬ ਲੈ ਕੇ ਵਾਪਸ ਆਇਆ ਤਾਂ ਕਹਿੰਦਾ, ਮੈਂ ਬੜੀ ਦੇਰ ਦੀ ਖੋਜ ਕਰ ਰਿਹਾ ਸੀ ਕਿ ਪੀਂਘ ਝੂਟਣ ਦਾ ਭਲਾ ਸੈਕਸ ਨਾਲ ਕੀ ਸੰਬੰਧ ਹੈ। ਹੁਣ ਇਸ ਕਿਤਾਬ ਨੇ ਗੱਲ ਸਾਫ਼ ਕੀਤੀ ਹੈ। ਪਾਸ਼ ਦੇ ਰਿਸ਼ਤੇਦਾਰ ਮੈਨੂੰ ਦੱਸਦੇ ਆ, ਉਹ ਤਾਂ ਬਸ ਸਾਰੀ ਰਾਤ ਅਤੇ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ, ਜਿਵੇਂ ਉਹਨੂੰ ਕੋਈ ਇਮਤਿਹਾਨ ਦੇਣਾ ਹੋਵੇ। ਧੀ 2 ਦੱਸ ਰਿਹਾ ਸੀ, ਇੰਡੀਆ ਜਾਣ ਤੋਂ ਪਹਿਲਾਂ ਪਾਸ਼ ਸਮੁੰਦਰ ਵਿੱਚ ਰਜ ਕੇ ਨਹਾਤਾ। ਸਮੁੰਦਰ ਨੂੰ ਉਹ ਅਥਾਹ ਪਿਆਰ ਕਰਦਾ ਸੀ। ਪਾਸ਼ ਦੀ ਭੈਣ ਪੰਮੀ ਦੱਸਿਆ, ਮੈਂ ਉਸ ਦਿਨ ਬੜੀ ਖੁਸ਼ ਹੋਈ ਜਦ ਪਾਸ਼ ਆਪਣੀ ਘਰਵਾਲੀ ਨਾਲ ਔਰਤਾਂ ਦੇ ਹੱਕਾਂ ਬਾਰੇ ਬਹਿਸ ਕਰ ਰਿਹਾ ਸੀ ਅਤੇ ਭਾਬੀ ਬਹਿਸ ਵਿੱਚ ਪੂਰਾ ਹਿੱਸਾ ਲੈ ਰਹੀ ਸੀ। ਪਾਸ਼ ਨਾਲ ਬਿਤਾਏ ਪਲ, ਕੀਤੀਆਂ ਗੱਲਾਂ ਅਤੇ ਉਹਨਾਂ ਥਾਵਾਂ ਵੱਲ ਦੇਖ ਕੇ ਜਿੱਥੇ ਅਸੀਂ ਇਕੱਠਿਆਂ ਸਮਾਂ ਬਿਤਾਇਆ ਸੀ, ਉਹਦੀ ਗੈਰ ਹਾਜ਼ਰੀ ਨੂੰ ਹਰ ਰੋਜ਼ ਤਿੱਖਾ ਕਰਦੇ ਹਨ ਅਤੇ ਉਹਦੀ ਸੋਚ ਮੈਨੂੰ ਨਿਤ ਦਿਨ ਚਰੂੰਦੀ ਹੈ। ਅੱਤਵਾਦੀਆਂ ਪਾਸ਼ ਦੇ ਚਾਚਾ ਜੀ ਨੂੰ ਵੀ ਮਾਰ ਦਿੱਤਾ ਸੀ। ਪਾਸ਼ ਦੀ ਸੋਚ ਵਾਲੇ ਅਸੀਂ ਉਹਦੇ ਪਰਿਵਾਰ ਦੇ ਮੈਂਬਰ ਹਾਂ। ਉਹਦਾ ਪਰਿਵਾਰ ਛੋਟਾ ਨਹੀਂ, ਅੱਤ ਦਾ ਅੰਤ ਹੋ ਕੇ ਰਹੇਗਾ। ਪਾਸ਼ ਅਤੇ ਉਹਦਾ ਪਰਿਵਾਰ ਸਦਾ ਜਿੰਦਾ ਰਹੇਗਾ। ਇਹ ਤਾਂ ਸੀ ਜੀ ਮੇਰਾ ਛੋਟਾ ਜਿਹਾ ਲੇਖ ਜਿਹੜਾ ਮੈਂ ਪਾਸ਼ ਬਾਰੇ ਲਿਖਿਆ ਸੀਗਾ ਬਹੁਤ ਦੇਰ ਪਹਿਲਾਂ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਦੀ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਮੈਂ ਤੁਹਾਡੇ ਨਾਲ ਜਿਹੜਾ ਹੈਗਾ ਸੰਵਾਦ ਰਚਾ ਸਕਾਂ ਅਤੇ ਆਪਾਂ ਅੱਜ ਪਾਸ਼ ਬਾਰੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਗੱਲ ਕਰ ਸਕੀਏ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਸੁਰਿੰਦਰ ਧੰਜਲ ਬੋਲ ਰਿਹਾ ਜੀ, ਕੈਨੇਡਾ ਚੋਂ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵੈਲਕਮ। ਕੀ ਕਹਿਣਾ ਚਾਹੋਗੇ ਪਾਸ਼ ਬਾਰੇ? ਮਿਹਰਬਾਨੀ ਡਾਕਟਰ ਹਰੀਸ਼ ਮਲਹੋਤਰਾ। ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਪਾਸ਼ ਬਾਰੇ, ਅਤੇ ਸਭ ਤੋਂ ਪਹਿਲਾਂ ਤਾਂ
ਤੁਹਾਡੇ ਸਰੋਤਿਆਂ ਦਰਸ਼ਕਾਂ ਨੂੰ ਪਾਸ਼ ਦੇ 71ਵੇਂ ਜਨਮ ਦਿਨ ਦੀਆਂ ਹਾਰਦਿਕ ਮੁਬਾਰਕਾਂ। ਤੁਹਾਡੀ ਸਮੁੱਚੀ ਟੀਮ ਦਾ, ਕਾਂਸ਼ੀ ਟੀਵੀ ਦੀ ਪ੍ਰਬੰਧਕੀ ਟੀਮ ਦਾ ਹਾਰਦਿਕ ਧੰਨਵਾਦ ਕਿ ਮੈਨੂੰ ਤੁਸੀਂ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇ ਰਹੇ ਹੋ। ਥੈਂਕ ਯੂ। ਪਾਸ਼ ਬਾਰੇ ਆਪਾਂ ਬਹੁਤ ਕੁਝ ਕਹਿ ਸਕਦੇ ਹਾਂ। ਮੈਂ ਜਿੰਨਾ ਵੀ ਸੰਖੇਪ ਵਿੱਚ ਦੱਸ ਸਕਦਾ ਹੋਇਆ ਤੁਹਾਨੂੰ ਪਾਸ਼ ਬਾਰੇ ਕੁਝ ਗੱਲਾਂ ਤੇ ਪਾਸ਼ ਦੀ ਯਾਦ ਵਿੱਚ ਸਥਾਪਿਤ ਹੋਏ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੋਵਾਂ ਬਾਰੇ ਥੋੜੀ ਸੰਖੇਪ ਵਾਕਫੀ ਦੇਵਾਂਗਾ। ਹਰੀਸ਼ ਜੀ, ਪਾਸ਼ ਕ੍ਰਾਂਤੀਕਾਰੀ ਪੰਜਾਬੀ ਕਵਿਤਾ ਦੇ ਮੈਂ ਸਮਝਦਾ 9 ਮੋਢੀ ਕਵੀਆਂ ਚੋਂ ਪ੍ਰਮੁੱਖ ਮੋਢੀ ਕਵੀ ਸੀ, ਜਿਨ੍ਹਾਂ ਵਿੱਚ ਪਾਸ਼ ਤੋਂ ਇਲਾਵਾ ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਗੁਰਦੀਪ ਗਰੇਵਾਲ ਤੇ ਅਮਰਜੀਤ ਚੰਦਨ, ਸੰਤ ਸੰਧੂ, ਵਰਿਆਮ ਸੰਧੂ ਤੇ ਦਰਸ਼ਨ ਖਟਕੜ ਮੈਂ ਸ਼ਾਮਲ ਸਮਝਦਾ ਹਾਂ। ਇਹਨਾਂ ਵਿੱਚੋਂ ਪਾਸ਼, ਉਦਾਸੀ, ਦਿਲ, ਹਲਵਾਰਵੀ ਤੇ ਗੁਰਦੀਪ ਗਰੇਵਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਬਾਕੀ 4 ਹਾਲੇ ਸਾਡੇ ਪਾਸ ਮੌਜੂਦ ਨੇ ਤੇ ਦਰਸ਼ਨ ਖਟਕੜ ਹਾਲੇ ਵੀ ਇਸ ਲਹਿਰ ਦੇ ਨਾਲ ਉਸੇ ਹੀ ਸ਼ਿੱਦਤ ਨਾਲ ਜੁੜਿਆ ਹੋਇਆ ਹੈ। ਤੇ ਮੈਂ ਸਮਝਦਾ ਕਿ ਪਾਸ਼ ਜਿਹੜੀ ਕਵਿਤਾ ਸਾਡੇ ਸਾਹਮਣੇ ਪੰਜਾਬੀ ਕ੍ਰਾਂਤੀਕਾਰੀ ਕਵਿਤਾ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ 1970 ਦੇ ਵਿੱਚ ਜਿਹੜੀ ਉਦੇ ਹੁੰਦੀ ਹੈ ਕਵਿਤਾ ਜਾਂ ਲੇਟ 60s ਵਿੱਚ, ਉਹਨੂੰ ਕਈ ਵਾਰੀ ਪੰਜਾਬੀ ਸਾਹਿਤ ਵਿੱਚ ਜੁਝਾਰੂ ਕਵਿਤਾ ਵੀ ਕਿਹਾ ਗਿਆ, ਕਦੇ ਵਿਦਰੋਹੀ ਕਵਿਤਾ ਵੀ ਕਿਹਾ ਗਿਆ, ਕਦੇ ਇਨਕਲਾਬੀ ਕਵਿਤਾ ਵੀ ਕਿਹਾ ਗਿਆ ਤੇ ਕਦੇ ਨਵ ਪ੍ਰਗਤੀਵਾਦੀ ਕਵਿਤਾ ਵੀ ਕਿਹਾ ਗਿਆ। ਪਰ ਅਸਲ 'ਚ ਇਹ ਸਾਰੀ ਜਿਹੜੀ ਇਹ ਨਾਮਕਰਨ ਹੈ ਇਹਦਾ ਐਡਾ ਮਹੱਤਵ ਨਹੀਂ ਜਿੰਨਾ ਮਹੱਤਵ ਇਸ ਗੱਲ ਦਾ ਕਿ ਇੱਕ ਪੂਰੀ ਪੀੜ੍ਹੀ ਦੇ ਉੱਤੇ ਪੰਜਾਬੀ ਕਵਿਤਾ ਦੀ ਜਿਹੜੀ 70ਵਿਆਂ ਵਾਲੀ ਪੀੜ੍ਹੀ ਹੈ ਉਹਦੇ ਉੱਤੇ ਪਾਸ਼ ਦੀ ਕਵਿਤਾ ਦਾ ਅਮਿਟ ਅਤੇ ਵਿਆਪਕ ਪ੍ਰਭਾਵ ਪਿਆ ਸੀ। ਬਿਲਕੁਲ। ਉਹ ਕੱਲਾ ਕ੍ਰਾਂਤੀਕਾਰੀ ਕਵਿਤਾ ਦਾ ਮੋਢੀ ਕਵੀ, ਲੇਖਕ ਜਾਂ ਚਿੰਤਕ ਹੀ ਨਹੀਂ ਸੀ, ਬਲਕਿ ਅਗਾਂਹਵਧੂ ਲਹਿਰਾਂ ਦਾ ਸਰਗਰਮ ਘੁਲਾਟੀਆ ਵੀ ਸੀ, ਜਿਸ ਨੂੰ ਉਹਦੇ ਮਿੱਤਰ, ਉਹਦੇ ਪੇਂਡੂ ਹੰਸਰਾਜ ਸਮੇਤ ਫਿਰਕੂ ਦਹਿਸ਼ਤਗਰਦਾਂ ਨੇ 23 ਮਾਰਚ 1988 ਨੂੰ ਸਾਡੇ ਕੋਲੋਂ ਹਮੇਸ਼ਾ ਲਈ ਖੋਹ ਲਿਆ ਸੀ। ਪਾਸ਼ ਦੇ ਭੁੱਲੜ ਕਾਤਲਾਂ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਕਿ ਉਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਕਿੱਡਾ ਵੱਡਾ ਧਰੋਹ ਕਮਾਇਆ ਤੇ ਅਸੀਂ ਉਸ ਦੀਆਂ ਪਾਸ਼ ਦੀਆਂ ਉਹਨਾਂ ਰਚਨਾਵਾਂ ਨੂੰ ਸੁਣਨ ਤੇ ਮਾਨਣ ਤੋਂ ਤੇ ਪੜ੍ਹਨ ਤੋਂ ਵਾਂਝੇ ਰਹਿ ਗਏ ਜਿਹੜੀਆਂ ਉਹਨੇ ਹਾਲੇ ਲਿਖਣੀਆਂ ਸੀ। ਬਿਲਕੁਲ। ਉਹਨੇ ਜਿਉਂਦੇ ਜੀ ਜਿਹੜੇ ਉਹਦੇ 3 ਕਾਵਿ ਸੰਗ੍ਰਹਿ ਛਪੇ, ਲੋਕ ਕਥਾ, ਉਡਦੇ ਬਾਜ਼ਾਂ ਮਗਰ ਤੇ ਸਾਡੇ ਸਮਿਆਂ ਵਿੱਚ, ਉਸ ਤੋਂ ਇਲਾਵਾ ਹਰੀਸ਼ ਜੀ ਜਿਹੜੀਆਂ ਕਵਿਤਾਵਾਂ ਤੇ ਜਿਹੜੇ ਪਾਸ ਤੇ ਸੰਬੰਧਿਤ ਦਸਤਾਵੇਜ਼ ਸਾਨੂੰ ਉਸ ਦੇ ਕਤਲ ਤੋਂ ਬਾਅਦ ਹਾਸਲ ਹੋਏ, ਉਹ ਅਸੀਂ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਹੁਣ ਤੱਕ ਅਸੀਂ 15 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੇ ਹਾਂ, ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ। ਤੇ ਉਹਨਾਂ ਦੇ ਵਿੱਚ ਪਾਸ਼ ਦੀਆਂ ਚਿੱਠੀਆਂ, ਪਾਸ਼ ਦੀ ਡਾਇਰੀ ਤੇ ਪਾਸ਼ ਦੀਆਂ ਜਿਹੜੀਆਂ ਉਹਦੇ ਜਿਉਂਦੇ ਜੀ ਅਣਛਪੀਆਂ ਕਵਿਤਾਵਾਂ ਸੀ ਉਹ ਵੀ ਸ਼ਾਮਲ ਨੇ। ਖਿਲਰੇ ਹੋਏ ਵਰਕੇ ਨਾਮ ਦੇ ਕਾਵਿ ਸੰਗ੍ਰਹਿ ਦੇ ਅਧੀਨ। ਤੇ ਇਹਨਾਂ ਕਵਿਤਾਵਾਂ ਨੂੰ ਤੇ ਪਾਸ਼ ਦੀ ਡਾਇਰੀ, ਪਾਸ਼ ਦੀਆਂ ਚਿੱਠੀਆਂ, ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕਰਨ ਵਿੱਚ ਜਦੋਂ 1988 'ਚ ਸਾਡਾ ਟਰੱਸਟ ਹੋਂਦ ਦੇ ਵਿੱਚ ਆਇਆ ਤਾਂ ਉਦੋਂ ਪਾਸ਼ ਦੇ ਸੰਗਰਾਮੀ ਸਾਥੀ ਅਮਰਜੀਤ ਚੰਦਨ ਨੇ ਸਾਡਾ ਕਾਫੀ ਸਹਿਯੋਗ ਦਿੱਤਾ। ਬਾਅਦ ਵਿੱਚ ਉਹਦਾ ਜਿਹੜਾ ਰਵੱਈਆ ਇਸ ਲਹਿਰ ਪ੍ਰਤੀ ਪਹਿਲਾਂ ਵਾਲੀ ਸ਼ਿੱਦਤ ਵਾਲਾ ਨਹੀਂ ਰਿਹਾ। ਤੇ ਮੈਂ ਸਪਸ਼ਟ ਇਸ ਕਰਕੇ ਕਰਨਾ ਚਾਹੁੰਦਾ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੈਂ ਉਹਦੇ ਮੌਜੂਦਾ ਜਿਹੜੀ ਉਹਦਾ ਰੋਲ ਹੈ ਉਹਨੂੰ ਵਡਿਆ ਰਿਹਾ। ਨਹੀਂ,
ਪਾਸਟ ਵਿੱਚ ਉਹਦਾ ਰੋਲ ਪਾਸ਼ ਪ੍ਰਤੀ, ਲਹਿਰ ਪ੍ਰਤੀ ਬਹੁਤ ਵਧੀਆ ਸੀ, ਜਦ ਕਿ ਅੱਜ ਉਹਦਾ ਰੋਲ ਓਨਾ ਵਧੀਆ ਨਹੀਂ ਹੈ, ਬਲਕਿ ਉਲਟ ਭੁਗਤ ਰਿਹਾ ਹੈ। ਹਾਂਜੀ, ਆਪਾਂ ਗੱਲ ਪਾਸ਼ ਤੇ ਆਉਂਦੇ ਹਾਂ ਹਰੀਸ਼, ਕਿ ਪਾਸ਼ ਬਾਰੇ 1 2 3 ਗੱਲਾਂ ਜਿਹੜੀਆਂ ਉਹ ਇੰਨੀਆਂ ਸਾਡੇ ਮਨ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦੀਆਂ। ਉਹ ਮੈਂ ਸਮਝਦਾ ਨੰਬਰ 1 ਕਿ ਪਾਸ਼ ਨੂੰ ਜਿੰਨੀਆਂ ਤਸ਼ਬੀਹਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਲੇਖਕਾਵਾਂ ਦੇ ਨਾਲ ਉਹਦੀਆਂ ਤੁਲਨਾਵਾਂ ਹੋਈਆਂ, ਉਹਨਾਂ ਨਾਲ ਨਿਵਾਜਿਆ ਗਿਆ। ਬਿਲਕੁਲ ਉਹ ਮਾਣ ਸਤਿਕਾਰ ਪੰਜਾਬੀ ਦੇ ਕਿਸੇ ਵੀ ਹੋਰ ਸਾਹਿਤਕਾਰ ਦੇ, ਨਾ ਗੁਰਦਿਆਲ ਸਿੰਘ ਨਾਵਲਿਸਟ ਦੇ, ਨਾ ਸ਼ਿਵ ਕੁਮਾਰ ਦੇ, ਕਿਸੇ ਵੀ ਸਾਹਿਤਕਾਰ ਦੇ ਹਿੱਸੇ ਨਹੀਂ ਆਇਆ। ਮੈਂ ਤੁਹਾਨੂੰ ਗਿਣਾਉਣਾ ਚਾਹੁੰਦਾ ਕਿ ਪਾਸ਼ ਦੀ ਤੁਲਨਾ 10 ਜਗਤ ਪ੍ਰਸਿੱਧ ਲੇਖਕਾਂ ਦੇ ਨਾਲ ਹੋਈ ਹੈ। ਹਾਂਜੀ, ਜਿਹਦੇ ਵਿੱਚ ਅਸੀਂ ਤੁਰਕੀ ਦੇ ਨਾਜ਼ਮ ਹਿਕਮਤ ਨੂੰ ਗਿਣਦੇ ਹਾਂ, ਚਿਲੀ ਦੇ ਪਾਬਲੋ ਨਰੂਦਾ, ਪਾਕਿਸਤਾਨ ਦੇ ਫੈਜ਼ ਅਹਿਮਦ ਫੈਜ਼ ਤੇ ਸਪੇਨੀ ਲੇਖ ਗਾਰਸੀਆ ਲੋਰਕਾ, ਤੁਹਾਡੇ UK ਦੇ ਰੈਲਫ ਫਾਕਸ ਤੇ ਕ੍ਰਿਸਟੋਫਰ ਕਾਰਡਵੈਲ, ਰੂਸ ਦੇ ਮੈਕਸਿਮ ਗੋਰਕੀ ਤੇ ਆਸਤਰੋਵਸਕੀ, ਅਤੇ ਭਾਰਤ ਦੇ ਹਿੰਦੀ ਭਾਸ਼ਾ ਦੇ ਕਵੀ ਧੂਮਲ ਤੇ ਮੁਕਤੀ ਬੋਧ ਸ਼ਾਮਲ ਹਨ। ਪਾਸ਼ ਬਾਰੇ ਜਿਹੜੀਆਂ ਤਕਰੀਬਨ 100 ਤੋਂ ਉੱਪਰ ਕਵਿਤਾਵਾਂ ਵੀ ਛਪ ਚੁੱਕੀਆਂ। ਕੁਝ ਕਵਿਤਾਵਾਂ ਉਹਦੇ ਜਿਉਂਦੇ ਜੀ ਵੀ ਛਪੀਆਂ ਸੀ। ਪਾਸ਼ ਟਰਸਟ ਵੱਲੋਂ ਜਿਹੜੀਆਂ ਅਸੀਂ 15 ਕਿਤਾਬਾਂ ਸੰਪਾਦਿਤ ਕੀਤੀਆਂ ਨੇ, ਉਹਨਾਂ ਵਿੱਚ ਅਸੀਂ ਇੱਕ ਕਿਤਾਬ ਪਾਸ਼ ਤਾਂ ਸੂਰਜ ਸੀ, ਇਸ ਨਾਮ ਦੀ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਸੀ, ਜਿਹਦੇ ਸੰਪਾਦਕ ਪਾਸ਼ ਦੇ ਪਿਤਾ ਜੀ ਸੋਹਣ ਸਿੰਘ ਸੰਧੂ ਤੇ ਤੁਹਾਡਾ ਮਿੱਤਰ ਸੁਰਿੰਦਰ ਧੰਜਲ ਸੀ। ਹਾਂਜੀ, ਥੈਂਕ ਯੂ। ਹਾਂਜੀ ਹਾਂਜੀ, ਇਸ ਕਿਤਾਬ ਦੇ ਵਿੱਚ ਤਕਰੀਬਨ 150 ਕਵਿਤਾਵਾਂ ਨੇ 6 ਦੇਸ਼ਾਂ ਦੇ ਵਿੱਚ ਵਸਦੇ ਹੋਏ 100 ਕਵੀਆਂ ਦੀਆਂ, ਜਿਹੜੇ ਵਿੱਚ ਇੰਡੀਆ, ਪਾਕਿਸਤਾਨ, UK, ਇਟਲੀ, USA ਤੇ ਕੈਨੇਡਾ ਦੇ 3 ਭਾਸ਼ਾਵਾਂ ਦੇ ਪੰਜਾਬੀ, ਹਿੰਦੀ ਤੇ ਤੇਲਗੂ ਦੇ ਕਵੀ ਸ਼ਾਮਲ ਨੇ। ਤੁਹਾਡੀ ਜਾਣਕਾਰੀ ਲਈ, ਤੁਹਾਡੇ ਦੇਸ਼ ਜਾਣੀ ਕਿ UK ਦੇ ਜਿਹੜੇ ਕਵੀ ਹੈ ਉਹਨਾਂ ਵਿੱਚੋਂ ਵੀ ਉਸ ਕਿਤਾਬ ਦੇ ਵਿੱਚ ਡਾਕਟਰ ਚੱਚਾ ਸੱਸਾ ਚੰਦ ਸੰਧੂ ਕਵੈਂਟਰੀ, ਨਿਰੰਜਨ ਸਿੰਘ ਨੂਰ, ਅਮਰਜੀਤ ਚੰਦਨ, ਦਰਸ਼ਨ ਬੁਲੰਦਵੀ, ਹਰਜੀਤ ਅਟਵਾਲ, ਮਜ਼ਹਰ ਤਿਰਮਜ਼ੀ, ਵੀਨਾ ਵਰਮਾ ਤੇ ਜਸਵੀਰ ਬਾਠ ਦੀਆਂ ਕਵਿਤਾਵਾਂ ਸ਼ਾਮਲ ਨੇ। ਤੇ ਇਹ ਸਾਡੇ ਸਾਰਿਆਂ ਵਾਸਤੇ ਬੜੀ ਗੌਰਵ ਵਾਲੀ, ਬੜੇ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਕੰਟਰੀ, ਤੁਹਾਡੇ ਦੇਸ਼ ਦੇ ਚੰਨ ਹੋਣਾ ਦਾ ਜਿਹੜਾ ਲਿਖਿਆ ਸ਼ੇਅਰ ਹੈ, ਇਹ ਪਾਸ਼ ਦੇ ਜਿਉਂਦੇ ਜੀ ਲਿਖਿਆ ਗਿਆ ਸੀ। ਇੱਥੇ ਆਪਾਂ ਨੂੰ ਲੱਗਦਾ ਕਿ ਪੰਜਾਬੀ ਮਰਨ ਤੋਂ ਬਾਅਦ ਕਿਸੇ ਨੂੰ ਉਹਦਾ ਯੋਗਦਾਨ ਹੈ ਉਹਨੂੰ ਸਵੀਕਾਰਦੇ ਨੇ, ਪਰ ਪਾਸ਼ ਦੇ ਜਿਉਂਦੇ ਜੀ ਚੱਚਾ ਸੱਸਾ ਚੰਨ ਸੰਧੂ ਕਵੈਂਟਰੀ ਵਾਲਿਆਂ ਨੇ ਲਿਖਿਆ ਕਿ ਸ਼ਾਇਰ ਅਤੇ ਮੁਜਾਹਿਦ ਸਿਰ ਲੱਥ ਪਾਸ਼ ਵਾਂਗੂ, ਫੈਲੋ ਜੇ ਫੈਲਣਾ ਹੈ ਨੀਲੇ ਆਕਾਸ਼ ਵਾਂਗੂ। ਹਰੀਸ਼ ਜੀ, ਤੁਹਾਡੇ ਦੇਸ਼ ਵਿੱਚੋਂ ਸਾਡੀ UK ਦੀ ਜਿਹੜੀ ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਦੀ ਕਮੇਟੀ ਹੈ, ਉਹਦੇ ਵਿੱਚ ਤੁਹਾਡੇ ਆਪਣੇ ਬੈਡਫੋਰਡ ਸ਼ਹਿਰ ਦੇ ਵਿੱਚੋਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੀ ਜਿਹੜੀ ਉੱਥੋਂ ਦੀ ਬ੍ਰਾਂਚ ਹੈ, ਉਹਦੇ ਜਨਰਲ ਸਕੱਤਰ ਸੁਖਦੇਵ ਸਿੱਧੂ ਸ਼ਾਮਲ ਨੇ। ਤੁਹਾਡੇ ਬਰਮਿੰਗਮ ਵਾਲੇ ਭਾਰਤ ਭੂਸ਼ਣ ਵੀ ਸ਼ਾਮਲ ਨੇ, ਔਰ ਇਹਨਾਂ ਤੋਂ ਇਲਾਵਾ AC ਮੋਹਨ, ਅਵਤਾਰ ਉੱਪਲ ਤੇ ਦਰਸ਼ਨ ਬੁਲੰਦਵੀ ਵੀ ਸ਼ਾਮਲ ਨੇ। ਤੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਟਰਸਟ ਦੇ ਵਿੱਚ ਇਸ ਵੇਲੇ 10 ਮੈਂਬਰ ਨੇ। ਭਾਰਤ ਵਿੱਚੋਂ ਉਹਨਾਂ ਮੈਂਬਰਾਂ ਦੇ ਵਿੱਚ ਡਾਕਟਰ ਪਰਮਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਪੰਜਾਬ, ਦੇਸ਼ ਭਗਤ ਯਾਦਗਾਰ ਹਾਲ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ, ਜਗੀਰ ਜੋਸਨ ਤੇ ਗੁਰਸ਼ਰਨ ਸਿੰਘ ਭਾਜੀ ਦੀ ਬੇਟੀ ਡਾਕਟਰ ਅਰੀਤ ਤੇ ਕਹਾਣੀਕਾਰ ਅਤਰਜੀਤ ਸ਼ਾਮਲ ਨੇ। ਤੁਹਾਡੇ ਦੇਸ਼ ਚੋਂ ਭਾਰਤ ਭੂਸ਼ਣ ਤੇ ਸੁਖਦੇਵ ਸਿੱਧੂ ਸ਼ਾਮਲ ਨੇ। USA ਤੋਂ ਸੁਖਵਿੰਦਰ ਕੰਬੋਜ ਅਤੇ ਪਾਸ਼ ਦੀ ਭੈਣ ਪੰਮੀ ਸੰਧੂ
ਗਿੱਲ ਸ਼ਾਮਲ ਹੈ ਤੇ ਕੈਨੇਡਾ ਚੋਂ ਤੁਹਾਡਾ ਮਿੱਤਰ ਸੁਰਿੰਦਰ ਧੰਜਲ ਔਰ ਇਸ ਕੌਮਾਂਤਰੀ ਟਰਸਟ ਦੇ ਕਨਵੀਨਰ ਦੀਆਂ ਜ਼ਿੰਮੇਵਾਰੀਆਂ ਵੀ ਮੇਰੇ ਕੋਲ ਨੇ। ਤੇ ਇੱਕ ਸੂਚਨਾ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਕਿ ਅਸੀਂ ਹਰ ਸਾਲ ਜਿਹੜੀਆਂ ਟਰਸਟ ਦੀਆਂ ਸਰਗਰਮੀਆਂ ਉਹਨਾਂ ਦੇ ਵਿੱਚ ਅਸੀਂ 23 ਮਾਰਚ ਨੂੰ ਇੱਕ ਪ੍ਰੋਗਰਾਮ ਪਾਸ਼ ਦੇ ਪਿੰਡ ਜਥੇਬੰਦ ਕਰਦੇ ਹਾਂ, ਜਿਹੜਾ ਪਾਸ਼ ਤੇ ਹੰਸਰਾਜ ਦੋਹਾਂ ਨੂੰ ਸਮਰਪਿਤ ਹੁੰਦਾ। ਔਰ ਪਾਸ਼ ਦੇ ਜਨਮ ਦਿਨ 9 ਸਤੰਬਰ ਦੇ ਨੇੜੇ ਤੇੜੇ ਅਸੀਂ ਇੱਕ ਪ੍ਰੋਗਰਾਮ ਹੋਰ ਵੀ ਕਰਦੇ ਹਾਂ ਸਮੁੱਚੇ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ, ਜਿਹੜਾ ਕਿ ਇਸ ਵਾਰੀ 19 ਸਤੰਬਰ ਐਤਵਾਰ ਨੂੰ 10:30 ਵਜੇ ਸਵੇਰੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਹੋਵੇਗਾ। ਇਹ ਸਾਡਾ 33ਵਾਂ ਪਾਸ਼ ਯਾਦਗਾਰੀ ਸੈਮੀਨਾਰ ਤੇ ਕਵੀ ਦਰਬਾਰ ਹੈ, ਜਿਹਦੇ 'ਚ ਡਾਕਟਰ ਸਾਹਿਬ ਮੁੱਖ ਭਾਸ਼ਣਕਾਰ ਹੋਣਗੇ ਡਾਕਟਰ ਸੁਖਦੇਵ ਸਿੰਘ ਸਿਰਸਾ, ਜਿਹੜੇ ਕਿ ਸਰਬ ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਨੇ। ਔਰ ਉਹਨਾਂ ਦੇ ਬੋਲਣ ਲਈ ਅਸੀਂ ਜੋ ਵਿਸ਼ਾ ਉਹਨਾਂ ਨੂੰ ਚੁਣ ਕੇ ਦਿੱਤਾ ਹੈ ਟਰਸਟ ਵੱਲੋਂ, ਉਹ ਹੈ ਕ੍ਰਾਂਤੀਕਾਰੀ ਕਵਿਤਾ ਅਤੇ ਭਾਰਤੀ ਕਿਸਾਨ ਅੰਦੋਲਨ। ਇਹ ਇਸ ਵੇਲੇ ਦਾ ਭਖਦਾ ਵਿਸ਼ਾ ਤੇ ਮੈਂ ਦੋ ਨਿੱਕੀਆਂ ਗੱਲਾਂ ਕਰਕੇ ਮੇਰਾ ਖਿਆਲ ਹੈ ਮੇਰਾ ਵਕਤ ਹੋਣ ਵਾਲਾ ਪੂਰਾ ਹੋਣ ਵਾਲਾ ਤੇ ਤੁਹਾਡੇ ਨਾਲ ਸਾਂਝੀਆਂ ਕਰਕੇ ਮੈਂ ਫਿਰ ਤੁਹਾਡੇ ਕੋਲੋਂ ਛੁੱਟੀ ਲਵਾਂਗਾ। ਪਹਿਲੀ ਗੱਲ, ਮੈਥੋਂ ਬਾਅਦ ਸਾਡੇ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ USA ਦੇ ਮੈਂਬਰ ਕਵੀ ਸੁਖਵਿੰਦਰ ਕੰਬੋਜ ਵੀ ਤੁਹਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਤੇ ਦੂਜੀ ਗੱਲ, ਜਿਹੜਾ ਭਾਰਤੀ ਕਿਸਾਨ ਅੰਦੋਲਨ ਇਸ ਵੇਲੇ ਚੱਲ ਰਿਹਾ ਹੈ, 26 ਨਵੰਬਰ 2020 ਤੋਂ ਲਗਭਗ ਤੁਸੀਂ ਕਹਿ ਲਓ ਕਿ 9-10 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਤੇ ਭਾਰਤ ਦੀ ਸਰਕਾਰ ਦੇ ਬੂਹੇ ਤੇ ਦਸਤਕ ਦੇ ਰਿਹਾ ਤੇ ਜੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਮਾਮਲੇ 'ਚ। ਉਸ ਸੰਬੰਧ 'ਚ ਮੈਂ ਤੁਹਾਨੂੰ ਪਾਸ਼ ਦੀਆਂ 2-3 ਕਾਵਿ ਟੁਕੜੀਆਂ ਸੁਣਾਉਣਾ ਚਾਹੁੰਦਾ, ਜੀ ਤੋਂ ਤੁਹਾਨੂੰ ਪਾਸ਼ ਦੀ ਕਾਵਿਕ ਮਹੱਤਤਾ ਦਾ ਵੀ ਪਤਾ ਲੱਗੇਗਾ ਤੇ ਨਾਲ ਦੀ ਨਾਲ ਇਹ ਵੀ ਪਤਾ ਲੱਗੇਗਾ ਕਿ ਪਾਸ਼ ਵੇਲੇ ਵੀ ਜਿਹੜੇ ਕਿਸਾਨੀ ਦੇ ਹਾਲਾਤ ਨੇ ਉਹ ਹੁਣ ਨਾਲੋਂ ਕੋਈ ਬਿਹਤਰ ਨਹੀਂ ਸੀ। ਸਰਕਾਰਾਂ ਉਦੋਂ ਵੀ ਕਿਸਾਨਾਂ ਨਾਲ ਬਦਮਾਸ਼ੀ ਕਰ ਰਹੀਆਂ ਸੀ ਤੇ ਅੱਜ ਵੀ ਬਦਮਾਸ਼ੀ ਕਰ ਰਹੀਆਂ ਨੇ। ਲੋ ਕਾਵਿ ਟੁਕੜੀਆਂ ਸ਼ਾਮਲ ਨੇ ਕਿ ਪਾਸ਼ ਦੇ ਪਹਿਲੇ ਕਾਵਿ ਸੰਗ੍ਰਹਿ ਲੋਕ ਕਥਾ ਦੀ ਪਹਿਲੀ ਕਵਿਤਾ ਹੀ ਹੈ ਕਿ ਭਾਰਤ ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਜਿੱਥੇ ਕਿਤੇ ਵੀ ਵਰਤਿਆ ਜਾਵੇ ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ। ਇਸ ਸ਼ਬਦ ਦੇ ਭਾਵ ਖੇਤਾਂ ਦੇ ਉਹਨਾਂ ਪੁੱਤਰਾਂ ਤੋਂ ਹਨ ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ ਵਕਤ ਮਿਣਦੇ ਹਨ। ਭਾਰਤ ਦੇ ਅਰਥ ਕਿਸੇ ਦੁਸ਼ੰਤ ਨਾਲ ਸੰਬੰਧਿਤ ਨਹੀਂ, ਸਗੋਂ ਖੇਤਾਂ ਵਿੱਚ ਦਾਇਰ ਹਨ ਜਿੱਥੇ ਅੰਨ ਉਗਦਾ ਹੈ, ਜਿੱਥੇ ਸੰਨਾਂ ਲੱਗਦੀਆਂ ਹਨ। ਪਾਸ਼ ਅੰਨ ਉਗਾਉਣ ਵਾਲਿਆਂ ਨੂੰ ਅੱਜ ਵੀ ਉਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅੱਜ ਵੀ ਸੰਨਾਂ ਲੱਗ ਰਹੀਆਂ ਨੇ। ਪਾਸ਼ ਦਾ ਦੂਜਾ ਜਿਹੜਾ ਕਾਵਿ ਸੰਗ੍ਰਹਿ ਬਲਕਿ ਤੀਜਾ ਕਾਵਿ ਸੰਗ੍ਰਹਿ ਸਾਡੇ ਸਮਿਆਂ ਵਿੱਚ, ਉਹਦੇ ਸ਼ੁਰੂ 'ਚ ਪਾਸ਼ ਲਿਖਦਾ, ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ੍ਹ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ। ਪਿਆਰੇ ਪਾਸ਼, ਸਾਡੇ ਤੂੰ ਖੇਤਾਂ ਦਾ ਪੁੱਤ ਹੋਣ ਦਾ ਤੈਨੂੰ ਇੰਨਾ ਗੌਰਵ ਸੀ, ਖੇਤਾਂ ਦੇ ਪੁੱਤ ਅੱਜ ਵੀ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਨੇ, ਤੈਨੂੰ ਸਮਰਪਿਤ ਹੈ ਅਗਲੀ ਕਵਿਤਾ ਤੇਰੀ। ਪਾਸ਼ ਦੇ ਦੂਜੇ ਕਾਵਿ ਸੰਗ੍ਰਹਿ ਉੜਦੇ ਬਾਜਾਂ ਮਗਰ 'ਚ ਵੀਰ ਹਰੀਸ਼ ਨੋਟ ਕੀਤਾ ਜਾਵੇ ਕਿ ਪਾਸ਼ ਦੀ ਜਿਹੜੀ ਕਾਵਿਕ ਮਹੱਤਤਾ, ਜਿਹਨੇ ਇਹੋ ਜਿਹੇ ਕਵਿਤਾ ਦੇ ਨਵੇਂ ਮਿਆਰ ਸਿਰਜੇ, ਵਿਦਰੋਹੀ ਤੇ ਕਾਵਿਕ ਮੁਹਾਵਰਾ ਨਵਾਂ ਦਿੱਤਾ ਸਾਨੂੰ, ਇਹ ਪੁਰਾਣੇ ਕਵਿਤਾ ਦੇ ਮਾਡਲ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਉਹਨੇ ਚਕਾਚੌਂਧ ਕਰ ਦਿੱਤੇ। ਆਲੋਚਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਇਸ ਕਵਿਤਾ ਉੱਤੇ ਕਿਹੜੇ ਮਿਆਰ ਜਿਹੜੇ ਆ ਉਹ ਕਿਸ ਮਿਆਰ ਨਾਲ ਇਹਨੂੰ ਪਰਖਿਆ ਜਾਵੇ। ਤਾਂ ਜਰਾ ਗੌਰ ਫਰਮਾਉਣਾ, ਪਹਿਲੀ ਕਵਿਤਾ ਹੈ ਦੂਜੇ ਕਾਵਿ ਸੰਗ੍ਰਹਿ ਉੜਦੇ ਬਾਜ਼ਾਂ ਮਗਰ ਦੀ, ਕਿ ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਤੱਕੇ ਮੰਡੀ 'ਚ ਸੁੱਕਦੇ ਭਾ। ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਤੱਕੇ ਮੰਡੀ 'ਚ ਸੁੱਕਦੇ ਭਾ, ਉਹ ਕਦੇ ਨਹੀਂ ਸਮਝ ਸਕਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ। ਸੋ ਪਿਆਰੇ ਦਰਸ਼ਕੋ, ਪਿਆਰੇ ਸਰੋਤਿਓ, ਜਿਹੜੇ ਮੰਡੀਆਂ ਦੇ ਵਿੱਚ ਭਾਅ ਸੁੱਕ ਰਹੇ ਨੇ ਉਹ ਪਾਸ਼ ਦੇ ਵੇਲੇ ਵੀ ਸੁੱਕ ਰਹੇ ਸੀ, ਅੱਜ ਵੀ ਸੁੱਕ ਰਹੇ ਨੇ। ਸੁਨਹਿਰੀ ਛੱਲੀਆਂ ਜਿਹੜੀਆਂ ਕੋਠਿਆਂ ਤੇ ਸੁੱਕਦੀਆਂ ਉਹ ਅੱਜ ਵੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ, ਉਦੋਂ ਵੀ ਹੋ ਰਹੀ ਸੀ। ਤੇ ਪਾਸ਼ ਦੀ ਅਸੀਂ ਜਿਹੜੀ ਅਣਛੱਪੇ ਉਹਦੇ ਦਸਤਾਵੇਜ਼ ਛਾਪੇ ਸੀ ਹਰੀਸ਼ ਵੀਰ, ਉਹਦੇ 'ਚ ਉਹਨੇ ਆਪਣੇ ਇੱਕ ਮਿੱਤਰ ਪਿਆਰੇ ਆਪਣੇ ਜੀਜਾ ਜੀ ਹਰਸ਼ਰਨ ਗਿੱਲ ਨੂੰ USA ਨੂੰ ਇੱਕ ਚਿੱਠੀ ਲਿਖੀ ਸੀ, ਜਿਹਦੇ 'ਚ ਉਹਨੇ ਬੋਲੀਆਂ ਲਿਖੀਆਂ ਸੀ। ਅੱਛਾ। ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਤੇ ਲਓ ਆਪਾਂ ਸੁਣਦੇ ਰਹਿੰਦੇ ਆ ਨਾ ਬੋਲੀਆਂ, ਬਈ ਸੁਣਨੀ ਜੈ ਕੁਰੇ ਮੀਂਹ ਨਹੀਂ ਪੈਂਦਾ ਸੁੱਕੀਆਂ ਸੜਨ ਜ਼ਮੀਨਾਂ, ਹੰਬ ਹਾਰ ਕੇ ਢੱਗੇ ਬਹਿ ਗਏ ਗੱਭਰੂ ਗਿੱਜ ਗਏ ਫੀਮਾ, ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ। ਇਹ ਆਪਾਂ ਬੋਲੀ ਸੁਣੀ ਹੋਊ। ਬਿਲਕੁਲ ਬਿਲਕੁਲ ਬਿਲਕੁਲ। ਪਰ ਹੁਣ ਦੇਖੋ ਵੀ ਪਾਸ਼ ਕੀ ਕਹਿੰਦਾ। ਕਹਿੰਦਾ ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ, ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ, ਸੁੱਕੀਆਂ ਸੜਨ ਜ਼ਮੀਨਾਂ, ਤੇਲ ਦੇ ਘਾਟੇ ਇੰਜਣ ਖੜ ਗਏ ਕੰਮ ਨਾ ਆਉਣ ਮਸ਼ੀਨਾਂ, ਤੂੜੀ ਖਾਂਦੇ ਢੱਗੇ ਹਾਰ ਗਏ ਗੱਭਰੂ ਲੱਗ ਗਏ ਫੀਮਾ, ਬਈ ਮੜਕ ਤੇਰੀ ਨੂੰ ਕੌਣ ਖਾ ਗਿਆ ਚੋਬਰ ਜੱਟ ਸ਼ਕੀਨਾ, ਹੁਣ ਨਾ ਤੇਰਾ ਖੜ ਕੇ ਚਾਦਰਾ ਚਮਕ ਨਾ ਦੇ ਨਗੀਨਾ, ਸਿਰ ਦੇ ਮਗਰ ਤਕਾਵੀਆਂ ਵਾਲੇ ਲੁਕ ਛਿਪ ਕੱਟੇ ਮਹੀਨਾ, ਕਿਉਂ ਚੋਰਾਂ ਵਾਂਗ ਰਹੇ ਕਮਾਦੀ ਕਰਕੇ ਮਿਹਨਤ ਜੀਨਾ, ਇੱਕ ਵਾਰੀ ਉੱਡ ਮੁੜ ਕੇ ਬਣ ਜਾ ਕਬੂਤਰ ਚੀਨਾ, ਇੱਕ ਵਾਰੀ ਮੁੜ ਕੇ ਬਣ ਜਾ ਕਬੂਤਰ ਚੀਨਾ। ਸੋ ਪਿਆਰੇ ਦੋਸਤੋ, ਪਾਸ਼ ਜਾਂਦਾ ਜਾਂਦਾ ਭਾਰਤੀ ਕਿਸਾਨ ਅੰਦੋਲਨ ਨੂੰ ਕਿੱਡਾ ਵੱਡਾ ਇੱਕ ਹੁਲਾਰਾ ਦੇ ਗਿਆ ਤੇ ਪਾਸ਼ ਜਿਉਂਦਾ ਜਾਗਦਾ ਅੰਦੋਲਨ ਦੇ ਵਿੱਚ ਹਾਜ਼ਰ ਹੈ ਤੇ ਕਿਸਾਨਾਂ ਨੂੰ ਸੰਦੇਸ਼ਾ ਦੇ ਰਿਹਾ ਕਿ ਇੱਕ ਵਾਰੀ ਉੱਡ ਮੁੜ ਕੇ ਬਣ ਜਾ ਕਬੂਤਰ ਚੀਨਾ। ਪਾਸ਼ ਨੇ ਹੋਰ ਵੀ ਬੋਲੀਆਂ ਲਿਖੀਆਂ, ਜਿਹੜੀ ਉਹ ਆਰੀ 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 ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ। ਜੇ ਵਕਤ ਇਜਾਜ਼ਤ ਦਿੰਦਾ ਤੇ ਮੈਂ ਇੱਕ ਬੋਲੀ ਹੋਰ ਸੁਣਾ ਦਿੰਦਾ। ਜਰੂਰ ਜਰੂਰ। ਹਾਂਜੀ ਹਾਂ। ਤੇ ਲਓ ਆਪਾਂ ਉਹ ਬੋਲੀ ਸੁਣੀ ਹੋਣੀ ਆ ਜਿਹਦੇ ਚ ਆਪਾਂ ਪੜ੍ਹਦੇ ਹਾਂ ਵੀ 40 ਚੋਂ ਇੱਕ ਬਚ ਗਈ ਜਿਹੜੀ ਚਾਕੇ ਮਹਿਲ ਨਾਲ ਮਾਰੀ। ਤੇ ਪਰ ਉਹ ਪਾਸ਼ ਕਿਹੋ ਜੀ ਬੋਲੀ ਲਿਖਦਾ ਜਗਰਾਵਾਂ ਬਾਰੇ। ਲਓ ਸੁਣੋ ਕਿ ਆਰੀ 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 ਹੁਣ ਜਗਰਾਵਾਂ 'ਚ ਨਹੀਂ ਲੱਗਦੀ ਰੋਸ਼ਨੀ ਭਾਰੀ, ਮੇਲਿਆਂ ਤਿਉਹਾਰਾਂ ਨੂੰ ਯਾਰੋ ਖਾ ਗਈ ਡੈਣ ਸਰਕਾਰੀ, ਗੱਭਰੂ ਗਾਲਵਾਂ ਦੇ ਲੈ ਗਈ ਨੂੜ ਕੇ ਪੁਲਿਸ ਦੀ ਲਾਰੀ, ਮਹਾਂ ਸਿੰਘ ਬੁਰਜ ਵਾਲਾ ਹੋਇਆ ਮਾਮਲੇ ਭਰਨ ਤੋਂ ਆਰੀ, ਧਨਕੁਰ ਦੌਦਰ ਦੀ ਹੱਡ ਰੋਲਦੀ ਫਿਰੇ ਵਿਚਾਰੀ। ਨੋਟ ਕਰੋ ਕਿ ਓਰੀਜਨਲ ਬੋਲੀ ਸੀ ਵੀ ਧਨਕੁਰ ਦੌਦਰ ਦੀ ਲੱਕ ਪਤਲਾ ਵਦਨ ਦੀ ਭਾਰੀ, ਪਰ ਪਾਸ਼ ਕੀ ਕਹਿੰਦਾ ਵੀ ਅੱਜ ਦੀ ਧਨਕੁਰ ਕੀ ਹੈ, ਧਨਕੁਰ ਦੌਦਰ ਦੀ ਹੱਡ ਰੋਲਦੀ ਫਿਰੇ ਵਿਚਾਰੀ, ਭਜਨਾ ਕੌਂਕਿਆਂ ਦਾ ਫਿਰੇ ਲੱਭਦਾ ਕਣਕ ਉਧਾਰੀ, ਸਿੱਧਵਾਂ ਦੇ ਜ਼ੈਲਦਾਰ ਨੇ ਜਾ ਕੇ ਚੁਗਲੀ ਥਾਣੇ ਵਿੱਚ ਮਾਰੀ, ਫੜ ਲੈ ਭਰੋ ਵਾਲੀਏ ਸੁਣ ਕਰਤੀ ਮਜ਼ਾਰੀ ਸਾਰੀ, ਵਗਦੇ ਹਲ ਛੁੱਟ ਗਏ ਹੋਇਆ ਮਾਲਵਾ ਜੀਨ ਤੋਂ ਆਰੀ, ਜਨਤਾ ਤਾਂ ਭੁਗਤ ਲਊ ਤੇਰੇ ਵਾਰ ਨੀ ਹਕੂਮਤ ਤੇ ਭਾਰੀ, ਤੂੰਬੇ ਉੱਡ ਜਾਣਗੇ ਜਦ ਆਈ ਮਿੱਤਰਾਂ ਦੀ ਵਾਰੀ, ਤੂੰਬੇ ਉੱਡ ਜਾਣਗੇ ਜਦ ਆਈ ਮਿੱਤਰਾਂ ਦੀ ਵਾਰੀ। ਐਕਸਲੈਂਟ। ਸੋ ਪਿਆਰੇ ਦੋਸਤੋ, ਕੱਲ ਪਰਸੋਂ ਮੁਜ਼ੱਫਰਨਗਰ ਯੂਪੀ ਦੇ ਵਿੱਚ 10 ਲੱਖ ਤੋਂ ਵੱਧ ਕਿਸਾਨਾਂ ਨੇ ਜਿਹੜੀ ਮਹਾਂ ਪੰਚਾਇਤ ਕੀਤੀ ਹੈ, ਜਿਹਦੇ 'ਚ ਸਾਰੇ ਭਾਰਤ ਦੇ ਕਿਸਾਨ ਸ਼ਾਮਲ ਹੋਏ ਨੇ। ਹੁਣ ਤੱਕ ਸਰਕਾਰ, ਭਾਰਤ ਦੀ ਮੌਜੂਦਾ ਸਰਕਾਰ ਕਹਿੰਦੀ ਰਹੀ ਹੈ ਵੀ ਇਹ ਤਾਂ ਪੰਜਾਬ ਦੇ, ਥੋੜੇ ਬਹੁਤ ਹਰਿਆਣੇ ਦੇ ਹੋਣਗੇ ਕਿਸਾਨ, ਇਹਨਾਂ ਦੇ ਨਾਲ ਹੋਰ ਕੌਣ ਹੈ। 10 ਲੱਖ ਬੰਦਾ ਯੂਪੀ ਦੇ ਵਿੱਚ ਇਕੱਠਾ ਹੋਇਆ। ਕਰਨਾਲ ਦੇ ਵਿੱਚ ਜੋ ਕਰਨਾਲ ਦੀ JJP ਸਰਕਾਰ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ, ਉਹਦਾ ਸਬੰਧ ਵਿੱਚ
ਕਰਨਾਲ ਵਿੱਚ ਵੀ ਭਾਰਤੀ ਕਿਸਾਨ ਅੰਦੋਲਨ ਦੇ ਸਾਡੇ ਮਿੱਤਰ ਪਿਆਰੇ ਭਾਰਤ ਵਿੱਚ ਕਰਨਾਲ ਵਿੱਚ ਵੀ ਇਸ ਤਰ੍ਹਾਂ ਦੀ ਰੈਲੀ ਕਰਨਗੇ, ਜਿਹੜੀ ਮੈਂ ਸਮਝਦਾ ਹਾਂ ਕਿ ਮੈਂ ਆਪਣੀ ਇੱਕ ਬੋਲੀ ਨਾਲ ਜਿਹੜੀ ਕਿਸਾਨ ਅੰਦੋਲਨ ਵਾਲੇ ਲਿਖੀ ਹੈ ਉਹ ਕਹਿ ਕੇ ਤੁਹਾਡੇ ਕੋਲੋਂ ਛੁੱਟੀ ਲਵਾਂਗਾ ਕਿ ਧਰਤ ਪੰਜਾਬੋਂ ਚੜ੍ਹੇ ਕਾਫਲੇ ਚੌਂ ਕੂਟੀ ਪ੍ਰਕਾਸ਼। ਧਰਤ ਪੰਜਾਬੋਂ ਚੜ੍ਹੇ ਕਾਫਲੇ ਚੌਂ ਕੂਟੀ ਪ੍ਰਕਾਸ਼, ਚੜ੍ਹਿਆ ਸੂਰਜ ਵਾਂਗ ਅੰਦੋਲਨ ਕਰੂ ਜ਼ੁਲਮ ਦਾ ਨਾਸ। ਵਿੱਚ ਮੋਰਚੇ ਗੂੰਜਣ ਲੱਗੇ ਦਿਲ ਉਦਾਸੀ ਪਾਸ਼, ਦੁਨੀਆ ਯਾਦ ਕਰੂ ਖੇਤਾਂ ਦਾ ਇਤਿਹਾਸ, ਦੁਨੀਆ ਯਾਦ ਕਰੂ ਖੇਤਾਂ ਦਾ ਇਤਿਹਾਸ। ਮਿੱਤਰ ਪਿਆਰੇ, ਪਾਸ਼ ਨੂੰ ਇਹਨਾਂ ਸ਼ਬਦਾਂ ਦੇ ਨਾਲ ਸ਼ਰਧਾਂਜਲੀ ਤੇ ਮਿੱਤਰ ਪਿਆਰੇ ਪਾਸ਼ ਦਾ ਜਨਮ ਦਿਨ ਸਾਡੇ ਸਰੋਤਿਆਂ ਸਾਡੇ ਦਰਸ਼ਕਾਂ ਨੂੰ ਮੁਬਾਰਕ। ਤੇ ਦੁਨੀਆ ਯਾਦ ਕਰੂ ਖੇਤਾਂ ਦਾ ਇਤਿਹਾਸ। ਜਦੋਂ ਜਦੋਂ ਵੀ ਖੇਤਾਂ ਦੇ ਇਤਿਹਾਸ ਨੂੰ, ਭਾਰਤੀ ਕਿਸਾਨ ਅੰਦੋਲਨ ਦੇ ਇਤਿਹਾਸ ਨੂੰ ਵੀ ਲੋਕ ਯਾਦ ਕਰਨਗੇ, ਉਦੋਂ ਖੇਤਾਂ ਦੇ ਪੁੱਤ ਪਾਸ਼ ਨੂੰ ਵੀ ਜ਼ਰੂਰ ਨਤਮਸਤਕ ਹੋਣਗੇ, ਜਿਹਨੇ ਲਿਖਿਆ ਸੀ ਮੇਰੇ ਤੋਂ ਆਸ ਨਾ ਕਰਿਓ, ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਡਾਕਟਰ ਸੁਰਿੰਦਰ ਧੰਜਲ ਹੋਣੀ, ਜਿਹੜੇ ਕੈਨੇਡਾ ਤੋਂ ਕਨਵੀਨਰ ਹੈਗੇ ਆ ਪਾਸ਼ ਟਰੱਸਟ ਦੇ। ਅਤੇ ਜਿਹੜੀ ਫੋਟੋ ਵੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਵੀ ਸੁਰਿੰਦਰ ਧੰਜਲ ਹੋਣੀ, ਪਾਸ਼ ਅਤੇ ਪਾਸ਼ ਦੀ ਮਿਸਿਜ਼ ਰਾਣੀ ਉਹਨਾਂ ਨਾਲ ਖੜੀ ਆ। ਅਤੇ ਇਹ ਫੋਟੋ ਵੀ ਇਹਨਾਂ ਦੀ ਸੁਰਿੰਦਰ ਧੰਜਲ ਹੋਣਾ ਦੀ ਵਾਈਫ ਨੇ, ਬਲਵੀਰ ਨੇ ਖਿੱਚੀ ਸੀਗੀ। ਅਤੇ ਮੈਨੂੰ ਦੱਸ ਰਹੇ ਸੀਗੇ ਵੀ ਇਹ ਕੈਮਰੇ ਦੀ ਰੀਲ ਦੇ ਵਿੱਚ ਆਖਰੀ ਸਨੈਪ ਸੀਗਾ ਕਿ ਜਿਹੜਾ ਇਹਨਾਂ ਨੇ ਖਿੱਚਿਆ ਸੀ। ਅਤੇ ਹੋਰ ਜਾਣੀ ਕਿ ਇਹਨਾਂ ਕੋਲ ਪਾਸ਼ ਦੀ ਵਾਈਫ ਦੇ ਨਾਲ ਕੋਈ ਵੀ ਫੋਟੋ ਪਰਿਵਾਰ ਦੇ ਕੋਲ ਨਹੀਂ ਹੈ। ਸੋ ਇਹ ਫੋਟੋ ਵੀ ਇੱਕ ਕਿਸਮ ਦੀ ਅਹਿਮ ਫੋਟੋ ਹੈਗੀ ਆ। ਮੈਂ ਡਾਕਟਰ ਸੁਰਿੰਦਰ ਧੰਜਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਪਾਸ਼ ਬਾਰੇ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਅਤੇ ਸਾਨੂੰ ਉਹਨਾਂ ਦੀਆਂ ਕਵਿਤਾਵਾਂ ਬਾਰੇ ਅਤੇ ਉਹਨਾਂ ਦੇ ਜੀਵਨ ਬਾਰੇ ਜਿਹੜਾ ਸਾਨੂੰ ਬਹੁਤ ਬਹੁਤ ਜਿਹੜੀ ਹੈਗੀ ਆ ਅਣਮੁੱਲੀ ਜਾਣਕਾਰੀ ਦੇ ਕੇ ਸਾਨੂੰ ਜਿਹੜਾ ਹੈਗਾ ਨਿਹਾਲ ਕੀਤਾ। ਇੱਕ ਵਾਰੀ ਫੇਰ ਡਾਕਟਰ ਸੁਰਿੰਦਰ ਧੰਜਲ ਹੋਣਾ ਦਾ ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਸਾਨੂੰ ਆਪਣੇ ਵਿਚਾਰ ਦੱਸ ਸਕਦੇ ਹਾਂ। ਅਤੇ ਜੇ ਮੇਰੇ ਤੋਂ ਵਕਤ ਹੋਇਆ ਤਾਂ ਮੈਂ ਸ਼ਾਇਦ ਇੱਕ ਅੱਧੀ ਕਵਿਤਾ ਵੀ ਯਾਨੀ ਕਿ ਤੁਹਾਨੂੰ ਹੋਰ ਵੀ ਸੁਣਾਊਂਗਾ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਟੈਲੀਫੋਨ 0300 770 2246 ਹੈਗਾ ਜੇ ਤੁਸੀਂ ਇੱਥੋਂ ਟੈਲੀਫੋਨ ਕਰ ਰਹੇ ਹੋ। ਅਤੇ ਜੇ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ ਅਤੇ ਉਸ ਤੋਂ ਬਾਅਦ 300 770 2246 ਜਿਹੜਾ ਹੈਗਾ ਉਹ ਨੰਬਰ ਤੁਹਾਨੂੰ ਘੁਮਾਉਣਾ ਪਊਗਾ। ਪਾਸ਼ ਦੀਆਂ ਇਨਕੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਇਹਨਾਂ ਨੇ ਛਾਪੀਆਂ ਹੈਗੀਆਂ ਇਸ ਟਰੱਸਟ ਨੇ। ਅਤੇ ਜਿਸ ਤਰ੍ਹਾਂ ਗੱਲ ਉਹ ਕਰਦੇ ਵੀ ਸੀਗੇ ਸੁਰਿੰਦਰ ਹੋਣੀ, ਇੱਕ ਮੇਰੇ ਤੋਂ ਵੀ ਹੈ ਸਭ ਤੋਂ ਖਤਰਨਾਕ, ਹੋਰ ਵੀ ਮੇਰੇ ਤੋਂ ਇਹਨਾਂ ਦੀਆਂ ਸਾਰੀਆਂ ਮੇਰਾ ਖਿਆਲ ਕਿਤਾਬਾਂ ਹੈਗੀਆਂ। ਅਤੇ ਮੈਂ ਇੱਕ ਛੋਟੀ ਜਿਹੀ ਯਾਨੀ ਕਿ ਜਿਹੜੀ ਕਵਿਤਾ ਹੈਗੀ ਆ ਉਹ ਤੁਹਾਡੇ ਨਾਲ ਉਨੀ ਦੇਰ ਤੱਕ ਸਾਂਝੀ ਕਰਦਾ ਜਿੰਨੀ ਦੇਰ ਤੁਸੀਂ ਟੈਲੀਫੋਨ ਕਾਲਸ ਯਾਨੀ ਕਿ ਕਰ ਰਹੇ ਹੈਗੇ ਆ। ਉਹ ਹੈ ਘਾਹ। ਉਹਨਾਂ ਨੇ ਇੱਕ ਕਵਿਤਾ ਲਿਖੀ ਸੀ, ਮੈਂ ਘਾਹ ਹਾਂ, ਮੈਂ ਤੁਹਾਡੇ ਹਰ ਕੀਤੇ ਕਿਰਾਏ ਉੱਤੇ ਉਗਾਵਾਂਗਾ। ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ 'ਤੇ, ਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ, ਮੈਨੂੰ ਕੀ ਕਰੋਗੇ? ਮੈਂ ਤਾਂ ਘਾਹ ਹਾਂ, ਹਰ ਚੀਜ਼ ਢੱਕ ਲਵਾਂਗਾ, ਹਰ ਢੇਰ ਉੱਤੇ ਉਗਾਵਾਂਗਾ। ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਵਿੱਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ। 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ। ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ। ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕੀਤੇ ਕਿਰਾਏ 'ਤੇ ਉਗਾਵਾਂਗਾ। ਇਹ ਬੜੀ ਇੱਕ ਜ਼ਬਰਦਸਤ ਕਿਸਮ ਦੀ ਕਵਿਤਾ ਸੀਗੀ ਜਿਹੜੀ ਕਿ ਉਹਨਾਂ ਨੇ ਘਾਹ ਦੀ ਜਿਹੜੀ ਦੇ ਕੇ ਆਪਣੇ ਘਾਹ ਦਾ ਯਾਨੀ ਕਿ ਜਿਹੜਾ ਜ਼ਿਕਰ ਕਰਕੇ ਅਤੇ ਉਹ 'ਤੇ ਲਿਖੀ ਸੀਗੀ। ਇੱਕ ਹੋਰ ਇਹਦੇ ਨਾਲ ਇੱਕ ਬੜੀ ਛੋਟੀ ਜਿਹੀ ਹੋਰ ਕਵਿਤਾ ਹੈਗੀ ਆ ਜਿੰਨੀ ਦੇਰ ਤੱਕ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ। ਸੁਪਨੇ ਹਰ ਕਿਸੇ ਨੂੰ ਨਹੀਂ ਆਉਂਦੇ, ਬੇਜਾਨ ਬਰੂਦ ਦੇ ਕਣਾਂ ਵਿੱਚ ਸੁੱਤੀ ਅੱਗ ਨੂੰ ਸੁਪਨੇ ਨਹੀਂ ਆਉਂਦੇ। ਬਦੀ ਲਈ ਉੱਠੀ ਹੋਈ ਹਥੇਲੀ ਉਤਲੇ ਮੁੜ ਕੇ ਨੂੰ ਸੁਪਨੇ ਨਹੀਂ ਆਉਂਦੇ। ਸ਼ੈਲਫਾਂ ਵਿੱਚ ਪਏ ਇਤਿਹਾਸ ਦੇ ਗ੍ਰੰਥਾਂ ਨੂੰ ਸੁਪਨੇ ਨਹੀਂ ਆਉਂਦੇ। ਸੁਪਨਿਆਂ ਲਈ ਲਾਜ਼ਮੀ ਹੈ ਝਾਲੂ ਦਿਲਾਂ ਦਾ ਹੋਣਾ, ਸੁਪਨਿਆਂ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ ਹੈ। ਸੁਪਨੇ ਇਸ ਲਈ ਹਰੇਕ ਨੂੰ ਨਹੀਂ ਆਉਂਦੇ। ਬਹੁਤ ਹੀ ਪਿਆਰੀਆਂ ਕਵਿਤਾਵਾਂ ਹੈਗੀਆਂ ਜਿਹੜੀਆਂ ਕਿ ਪਾਸ਼ ਦੀਆਂ ਆਪਾਂ ਸਾਂਝੀਆਂ ਕਰ ਸਕਦੇ ਹਾਂ। ਪਰ ਮੈਂ ਤੁਹਾਡੇ ਵਿਚਾਰ ਵੀ ਅੱਜ ਸੁਣਨੇ ਚਾਹੁੰਦਾ ਤਾਂ ਕਿ ਅਸੀਂ ਪਾਸ਼ ਦੇ ਜਨਮ ਬਾਰੇ, ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀ ਜਿਹੜੀ ਜੱਦੋਜਹਿਦ ਰਹੀ ਹੈਗੀ ਆ
ਤੇ ਅੱਜ ਦੇ ਸੰਦਰਭ ਵਿੱਚ ਅਸੀਂ ਕਿੱਥੇ ਖੜੇ ਹਾਂ ਉਹਨਾਂ ਬਾਰੇ ਆਪਾਂ ਗੱਲ ਕਰ ਸਕੀਏ। ਜਿਸ ਤਰ੍ਹਾਂ ਦੱਸਿਆ ਜੀ, ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਉਹ ਲਾਈਨ ਸਾਡੇ ਲਈ ਖੁੱਲ੍ਹੀ ਹੈਗੀ ਤੁਹਾਡੇ ਲਈ, ਤੇ 0300 770 2246। ਮੇਰੇ ਦੋਸਤ, ਮੇਰੇ ਜਿਹੜਾ ਬਹੁਤ ਹੀ ਪਿਆਰੇ ਇੱਕ ਜਿਹੜਾ ਇਨਕਲਾਬੀ ਕਵੀ ਹੈਗੇ ਆਪ ਵੀ, ਸੁਰਿੰਦਰ ਧੰਜਲ ਹੁਣੀ, ਉਹਨਾਂ ਨੇ ਸਾਨੂੰ ਬਹੁਤ ਬੜਮੁੱਲੀ ਜਾਣਕਾਰੀ ਜਿਹੜੀ ਦਿੱਤੀ ਹੈਗੀ ਆ। ਤੇ ਇੱਕ ਹੋਰ ਜਾਣੀ ਕਿ ਜਿਹੜੀ ਕਵਿਤਾ ਤੁਹਾਡੇ ਨਾਲ ਮੈਂ ਸਾਂਝੀ ਉਨੀ ਦੇਰ ਤੱਕ ਕਰਦਾ ਜਿੰਨੀ ਦੇਰ ਤੁਸੀਂ ਟੈਲੀਫੋਨ ਕਾਲ ਜਾਣੀ ਕਿ ਕਰ ਰਹੇ ਹੈਗੇ ਆ। ਇਹ ਹੈਗੀ ਆ ਸਭ ਤੋਂ ਖਤਰਨਾਕ ਕਿਰਤ ਦੀ ਇਸ ਜਿਹੜੀ ਇਹ ਕਿਤਾਬ ਹੈਗੀ ਪਾਸ਼ ਦੀ ਸਮੁੱਚੀ ਉਪਲਬਧ ਸ਼ਾਇਰੀ, ਇਹਦਾ ਨਾਂ ਵੀ ਸਭ ਤੋਂ ਖਤਰਨਾਕ ਹੈ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੈ ਵਿੱਚ ਪਣ ਲੱਗ ਜਾਣਾ ਬੁਰਾ ਤਾਂ ਹੈ, ਕਚੀਚੀ ਵੱਟ ਕੇ ਵਸ ਵਕਤ ਕੱਢ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ 'ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ, ਜਿਸ ਦੀ ਨਜ਼ਰ ਤੋਂ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ 'ਚੋਂ ਉੱਠਦੀ ਅੰਨ੍ਹੇਪਣ ਦੀ ਭਾਫ ਉੱਤੇ ਡੁੱਲ ਜਾਂਦੀ ਹੈ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਧੀ ਗੇੜ ਵਿੱਚ ਹੀ ਰੁੱਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਲੰਘਦਾ ਹੈ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘਦਾ ਹੈ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦਿਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ, ਗਿੱਦੜ ਹਵਾਂਕਦੇ, ਚਿਮਟ ਜਾਂਦੇ ਸਦੀਵੀ ਨੇਰਬੰਦ ਬੂਹਿਆਂ ਚਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਅਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਵਿੱਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ। ਯੈਸ, ਆਉਣ ਦਿਓ ਜੀ। ਹਾਂਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਜੀ? ਵੈਲਕਮ ਹੈ ਜੀ। ਹਰੀਸ਼ ਜੀ, ਨਿਰਮਲ ਸਿੰਘ ਬੋਲਦਾ ਜੀ। ਹਾਂਜੀ ਨਿਰਮਲ ਜੀ, ਕੀ ਕਹਿਣਾ ਚਾਹੋਗੇ? ਹਰੀਸ਼ ਜੀ, ਪਾਸ਼ ਦੀ ਨੂੰ ਸ਼ਰਧਾਂਜਲੀ ਦੇਣ ਲਈ ਉਹਦੀ ਇੱਕ ਕਵਿਤਾ ਪੜ੍ਹੀਏ। ਹਾਂਜੀ ਹਾਂਜੀ। ਉਸ ਦੀ ਕਵਿਤਾ ਦਾ ਨਾਮ ਵੀ ਸ਼ਰਧਾਂਜਲੀ ਹੈ। ਹਾਂਜੀ। ਇਸ ਵਾਰ ਪਾਪ ਦੀ ਜੰਜ ਬੜੀ ਦੂਰੋਂ ਆਈ ਹੈ, ਪਰ ਅਸਾਂ ਬੇਰੰਗ ਮੋੜ ਦੇਣੀ ਹੈ। ਮਾਸਕੋ ਜਾਂ ਵਾਸ਼ਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ, ਜੋਰੀ ਦਾ ਦਾਨ ਕੀ ਅਸਾਂ ਅੱਡੀਆਂ ਹੋਈਆਂ ਤਲੀਆਂ ਤੇ ਵੀ ਥੁੱਕ ਦੇਣਾ ਹੈ। ਤਲਖੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ, ਅਣਖ ਨੇ ਸਾਨੂੰ ਵੈਸ਼ੀ ਬਣਾ ਦਿੱਤਾ ਹੈ। ਸਾਡੀ ਤਲਵਾਰ ਨੂੰ ਬਾਬਾ ਜੀ ਭਾਵੇਂ ਅਸਾਂ ਕੌਡੇ ਰਾਖਸ਼ ਤੋਂ ਖੋਈ ਸੀ, ਜਦ ਦਾ ਤੇਰਾ ਸਪਰਸ਼ ਹੋਇਆ ਹੈ ਸ਼ਹਿਰ ਸ਼ਹਿਰ ਵਿੱਚ ਸੱਚਾ ਸੌਦਾ ਕਰਦੀ ਹੈ। ਜੇਲ੍ਹ ਵਿੱਚ ਚੱਕੀ ਇਸ ਤੋਂ ਡਰ ਕੇ ਆਪੇ ਫਿਰਦੀ ਹੈ, ਤੇ ਅਸੀਂ ਸਮੇਂ ਦੇ ਪੱਥਰ ਵਿੱਚ ਇਸ ਤਲਵਾਰ ਨਾਲ ਇਨਸਾਫ ਦਾ ਪੰਜਾ ਖੁਰਚ ਦਿੱਤਾ ਹੈ। ਬਾਬਾ ਤੂੰ ਤਾਂ ਜਾਣੀ ਜਾਣੇ, ਅਸੀਂ ਤੇਥੋਂ ਕਦੇ ਨਾਬਰ ਨਹੀਂ, ਅਸੀਂ ਭਾਗੋ ਦੇ ਭੋਜ ਨੂੰ ਠਕਰਾ ਦਿੱਤਾ ਹੈ। ਅਸੀਂ ਤਲਵੰਡੀ ਦਾ ਮੋਹ ਛੱਡ ਦਿੱਤਾ ਹੈ, ਝੁੱਗੀਆਂ ਛੱਪਰਾਂ ਤੇ ਜੰਗਲਾਂ ਵਿੱਚ ਨਿਕਲ ਆਏ ਹਾਂ, ਸਿਰਫ ਇੱਕ ਅਨਹੋਣੀ ਕਰਨ ਲੱਗੇ ਹਾਂ। ਇਹ ਸੱਜਣਾ ਭੂਮੀਆਂ ਦੀ ਫੌਜ ਹੱਥਾਂ ਵਿੱਚ ਐਤਕੀ ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ। ਹੁਣ ਲੈਕਚਰ ਦਾ ਅੰਮ੍ਰਿਤ ਕਾਰਗਰ ਨਹੀਂ ਹੋਣਾ, ਤੇ ਤੇਥੋਂ ਕਦੇ ਨਾਬਰ ਨਹੀਂ, ਤੂੰ ਜਾਣੀ ਜਾਣੇ। ਅਸਾਂ ਲੋਹੇ ਦੇ ਪਾਣੀ ਦੀ ਵਰਖਾ ਕਰਨ ਲੱਗੇ ਹਾਂ, ਤੇ ਤੇਥੋਂ ਕਦੇ ਨਾਬਰ ਨਹੀਂ, ਤੂੰ ਜਾਣੀ ਜਾਣੇ। ਬਹੁਤ ਹੀ ਵਧੀਆ ਸੰਘਾ ਸਾਹਿਬ। ਇਹ ਤਾਂ ਸੀ ਨਿਰਮਲ ਸਿੰਘਾ ਹੁਣੀ, ਜਿਹੜੇ ਮੇਰੇ ਦੋਸਤ ਹੈਗੇ ਆ ਇੱਥੇ ਬਰਮਿੰਘਮ ਤੋਂ, ਅਤੇ ਆਪ ਵੀ ਬੜੀ ਜ਼ਬਰਦਸਤ ਕਵਿਤਾ ਇਹ ਲਿਖਦੇ ਹੈਗੇ ਆ, ਅਤੇ ਜਿਹੜੇ ਬਹੁਤ ਸਾਰੇ ਕੰਮ ਇਹੋ ਜਿਹਾ ਇਹਨਾਂ ਨੇ ਸ਼ੁਰੂ ਕੀਤੇ ਹੈਗੇ ਆਪਣੇ ਪਿੰਡ ਦੇ ਵਿੱਚ ਵੀ।
ਸੰਘਾ ਖਾਲਸਾ ਫਾਊਂਡੇਸ਼ਨ ਇਹਨਾਂ ਨੇ ਬਣਾਈ ਹੈ, ਉਹਦੇ ਵਿੱਚ ਬਹੁਤ ਸਾਰੇ ਕੰਮ ਵੈਲਫੇਅਰ ਸੁਸਾਇਟੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਸੋਹਣ ਰਾਣੂ ਬੋਲ ਰਿਹਾ ਜੀ। ਹਾਂਜੀ ਰਾਣੂ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਉਹ ਹਾਲ ਤੁਹਾਡੇ ਟੈਲੀਵਿਜ਼ਨ ਬੰਦ ਹੈ, ਮੈਂ ਆਪਣੀ ਗੱਲ ਕਰਨੀ ਚਾਹੁੰਦਾ। ਹਾਂਜੀ ਰਾਣੂ ਸਾਹਿਬ, ਪਿੱਛੋਂ ਟੈਲੀਵਿਜ਼ਨ ਬੰਦ ਕਰ ਲਓ ਆਪਣਾ। ਓਕੇ ਓਕੇ, ਤੁਸੀਂ ਸਿਰਫ ਮੇਰੇ ਨਾਲ ਗੱਲ ਕਰੋ, ਟੈਲੀਵਿਜ਼ਨ ਨਾ ਸੁਣੋ। ਓਕੇ। ਹਾਂਜੀ ਹਾਂਜੀ। ਵਿਸਰਿਆ ਇੱਕ ਖਾਬ ਚੇਤੇ ਆ ਗਿਆ, ਹਾਂਜੀ। ਸੋਚ ਦੇ ਵਿੱਚ ਸਹਿਮ ਜਿਹਾ ਛਾ ਗਿਆ। ਪਰਤ ਆਵੇਂਗਾ ਤੂੰ ਆਪਣੇ ਸ਼ਹਿਰ ਨੂੰ, ਦਿਲ ਨੂੰ ਇਹ ਪਰ ਵੱਡ ਵੱਡ ਖਾ ਗਿਆ। ਮੈਨੂੰ ਤੇਰੀ ਪੀੜ ਦਾ ਅਹਿਸਾਸ ਹੈ, ਪੂੰਝ ਮੇਰੇ ਨੈਣ ਜੋ ਮੁਸਕਾ ਗਿਆ। ਜਿਹੜੀਆਂ ਗੱਲਾਂ ਮੈਂ ਕਰਨੀ ਚਾਹੁੰਦਾ ਸੀ ਉਹ ਤੋਂ ਬਹੁਤੀਆਂ ਗੱਲਾਂ ਆਪਣੇ ਮੇਰੇ ਸਾਥੀ ਪੁਰਾਣੇ ਸੁਰਿੰਦਰ ਚੰਦਲ ਜੀ ਨੇ ਖਾ ਚੱਕਿਆ। ਹਾਂਜੀ ਹਾਂਜੀ। ਉਹ ਇੱਥੇ 25 ਜੂਨ 1999 ਨੂੰ ਆਏ ਸਾਡੇ ਸੈਂਟਰ ਵਿੱਚ, ਬਰਮਿੰਘਮ ਆਈਡਲ ਸੈਂਟਰ ਵਿੱਚ। ਹਾਂਜੀ ਹਾਂਜੀ। ਤੇ ਉਹਨਾਂ ਨੇ ਆਪਣੇ ਹੱਥਾਂ ਦੇ ਲਿਖੀ ਕਿਤਾਬ ਇੱਕ ਦਿੱਤੀ, ਨਾਟਕ ਰੰਗਮੰਚ ਤੇ ਆਤਮਜੀਤ, ਕੈਮਲੂਸ ਦੀਆਂ ਮੱਛੀਆਂ। ਹਾਂਜੀ। ਉਹ ਮੇਰੇ ਇਸ ਵੇਲੇ ਸਾਹਮਣੇ ਪਈ ਆ, ਉਹਨਾਂ ਦਾ ਬਹੁਤ ਧੰਨਵਾਦ। ਤੇ ਉਹਨਾਂ ਨੇ ਵਿਸਥਾਰ ਨਾਲ ਉਹਨਾਂ ਦੇ ਜੀਵਨ ਦੇ ਉੱਪਰ ਏਡਾ ਚਾਨਣਾ ਪਾਇਆ। ਇੱਕੋ ਵਕਤ ਸੀਗਾ ਜਿਨ੍ਹਾਂ ਕਵੀਆਂ ਦੇ ਨਾਂ ਲਏ ਉਹਨਾਂ ਨੇ, ਖਟਕੜ, ਹਲਵਾਰਵੀ, ਚੰਦਨ ਲਾਲ ਸਿੰਘ ਦਿਲ। ਬਿਲਕੁਲ ਸਾਡੇ ਉਸ ਵੇਲੇ ਹਰ ਨੌਜਵਾਨ ਦਾ ਮੱਥੇ ਦਾ ਸੁਪਨਾ ਹੁੰਦੇ ਸੀਗੇ। ਤੇ ਇੱਕ ਗੱਲ ਮੈਂ ਤੁਹਾਡੀ ਹੋਰ ਕਰਨੀ ਚਾਹਨਾ ਕਿ ਉਹਨਾਂ ਦੇ ਨਾਮ ਬਾਰੇ ਕਈ ਗੱਲਾਂ ਹੈਗੀਆਂ ਕਿ ਪਾਸ਼ ਉਹਨੇ ਕਿੱਦਾਂ ਨਾਂ ਰੱਖਿਆ। ਬਿਲਕੁਲ, ਇਹ ਪਤਾ ਲੱਗਾ ਸੀ ਮੈਨੂੰ ਵੀ ਗੋਰਕੀ ਦਾ ਨਾਵਲ ਜਿਹੜਾ ਮਦਰ ਸੀਗਾ ਉਹਦੇ ਵਿੱਚ ਜਿਹੜਾ ਮੇਨ ਕਰੈਕਟਰ ਸੀ ਉਹ ਪਾਸ਼ ਸੀ ਤੇ ਉਹ ਤੋਂ ਨਾਂ ਉਹਨਾਂ ਨੇ ਲਿਆ ਸੀ। ਇਹੀ ਮੈਂ ਕਹਿਣਾ ਚਾਹੁੰਦਾ ਸੀਗਾ। ਹਾਂਜੀ ਹਾਂਜੀ, ਇਹੀ ਮੈਂ ਕਹਿਣਾ ਚਾਹੁੰਦਾ ਸੀਗਾ। ਬਿਲਕੁਲ। ਤੇ ਉਹਦੀ ਜਿਹੜੀ ਸਾਹਿਤਕ ਚਰਚਾ ਚੱਲਦੀ ਆਈ ਆ। ਹਾਂਜੀ ਹਾਂਜੀ। ਤੇ ਪਾਸ਼ ਨੇ ਪ੍ਰਕਾਸ਼ ਨਾਂ ਦੀ ਕਿਸੇ ਕੁੜੀ ਦੇ ਨਾਂ ਤੇ ਕੁਝ ਅੱਖਰ ਬੋਲ ਕੇ ਆਪਣਾ ਸਾਹਿਤਕ ਨਾਂ ਰੱਖਿਆ ਸੀਗਾ। ਤੇ ਉਹ ਆਪਣੇ ਸਾਹਿਤਕ ਨਾਂ ਨਾਲ ਜੁੜੀਆਂ ਪਾਸ਼ ਦੀਆਂ ਅਜਿਹੀਆਂ ਅਤ ਨਿੱਜੀ ਸੂਖਨਾਮਾ ਕਿਸੇ ਅੰਸ਼ ਦੇ ਇਹ ਸਮਾਪਤ ਹਕੀਕੀ ਰੋਹ ਬਾਰੇ ਕੋਈ ਸਿੱਧੀ ਜਾਣਕਾਰੀ ਕਿਸੇ ਨੂੰ ਮਿਲਦੀ ਹੈਗੀ। ਹਾਂਜੀ ਹਾਂਜੀ। ਪਰ ਉਹਨਾਂ ਨੇ ਸੁਖਪਾਲ ਆਪਣੇ ਜਸਪਾਲ ਜੱਸੀ ਨਾਲ ਗੱਲ ਕਰਦਿਆਂ ਇਹ ਗੱਲ ਦੱਸੀ ਸੀਗੀ। ਪਾਸ਼ ਨੇ ਦੱਸਿਆ ਕਿ ਉਸਨੇ ਆਪਣਾ ਸਾਹਿਤਕ ਨਾਂ ਗੋਰਕੀ ਦੇ ਨਾਵਲ ਮਾਂ ਦੇ ਮੁੱਖ ਪਾਤਰ ਪਾਵੇਲ ਬਲਸੂ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ। ਬਿਲਕੁਲ ਬਿਲਕੁਲ। ਜਿਸ ਨੂੰ ਨਾਵਲ ਦੀ ਨਾਇਕਾ ਮਾਂ ਲਾਡਲਾ ਪਾਸ਼ਾ ਕਹਿ ਕੇ ਬੁਲਾਉਂਦੀ ਸੀ। ਹਾਂਜੀ ਹਾਂਜੀ, ਏਦਾਂ ਸੀ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਦੂਸਰੀ ਗੱਲ ਇਹ ਕਰਨਾ ਕਿ ਪੰਜਾਬੀ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਮਾਣ ਹੋਇਆ ਕਿ ਜਿਹੜੇ ਇੱਕੋ ਹੀ ਕਵਿਤਾ ਲਿਖ ਕੇ ਉਹ ਪੰਜਾਬੀ ਜਗਤ ਵਿੱਚ ਏਦਾਂ ਸ਼ਾਮਿਲ ਹੋ ਗਏ ਸੀਗੇ। ਐਬਸੋਲੂਟਲੀ। ਉਹਨਾਂ ਵਿੱਚੋਂ ਇਹਦੀ ਕਵਿਤਾ ਸੀਗੀ ਲੋਹੇ ਦਾ ਸਫ਼ਰ। ਹਾਂਜੀ ਹਾਂਜੀ। ਦਰਸ਼ਨ ਖੜਕਰ ਦੀ ਕਵਿਤਾ ਸੀ ਸੰਗੀ ਸਾਥੀ। ਹਾਂਜੀ ਹਾਂਜੀ। ਤੇ ਮਤਲਬ ਉਹ ਸਾਡਾ ਸਮਾਂ ਸੀ, ਬਹੁਤ ਉਹਨਾਂ ਨੇ ਨਾਂ ਜਿਹੜੇ ਲਏ ਨੇ, ਲੋਕਾਂ ਦਾ ਨਾਂ ਲਿਆ। ਉਹੀ ਸ਼ਹਾਦਤ ਜਿਸ ਤਰ੍ਹਾਂ ਉਹਨੂੰ ਉੱਥੋਂ ਦੇ ਫਾਸ਼ੀਆਂ ਨੇ ਸ਼ਹੀਦ ਕੀਤਾ, ਉਹੀ ਇਹ ਸ਼ਹਾਦਤ ਇਹਦੇ ਹਿੱਸੇ ਆਈ। ਔਰ ਇੱਕ ਹੋਰ ਬਹੁਤ ਵੱਡੀ ਗੱਲ ਹੈਗੀ ਕਿ ਦਿਨ ਵੀ ਸ਼ਹੀਦ ਭਗਤ ਸਿੰਘ ਦਾ ਸੀਗਾ। ਠੀਕ ਹੈ ਜੀ। ਹਾਂਜੀ ਓਕੇ ਜੀ। ਦੂਸਰੀ ਗੱਲ ਹੈਗੀ ਆ ਕਿ ਸਾਡੇ ਇਲਾਕੇ ਦਾ ਮੇਰਾ ਗੁਆਂਢੀ ਪਿੰਡ ਹੈਗਾ ਚੱਕ ਮਾਈ ਦੇ ਕੋਲ ਸਹਾਰਾਣਵਾ। ਓਕੇ। ਆਪਣੇ ਰਾਣੂ ਸਾਹਿਬ ਬਹੁਤ ਲੋਕੀ ਟੈਲੀਫੋਨ ਕਾਲਸ ਦੀ ਵੇਟ ਕਰ ਰਹੇ, ਮੈਂ ਇੱਕ ਮਿੰਟ ਦੇ ਸਕਦਾ। ਥੈਂਕ ਯੂ ਤੁਹਾਡਾ, ਬਹੁਤ ਮਿਹਰਬਾਨੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਜੀ। ਪਾਸ਼ ਬਾਰੇ ਬਹੁਤ ਕੁਛ ਮੈਂ ਕਹਿ ਸਕਦਾ ਹੈਗਾ। ਪਾਸ਼ ਨੇ ਇੱਕ ਪਰਚਾ ਹੇਕ ਵੀ ਕੱਢਿਆ ਸੀਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਹਾਂਜੀ ਹਰੀਸ਼ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਪ੍ਰੋਗਰਾਮ ਪਾਸ਼ ਬਾਰੇ ਲੈ ਕੇ ਆਏ ਹੋ। ਹਾਂਜੀ ਭਗਵੰਤ ਜੀ। ਤੇ ਮੈਂ ਉਸ ਖੇਤਾਂ ਦੇ ਪੁੱਤ ਨੂੰ, ਉਹ ਗਰੀਬਾਂ ਮਜ਼ਦੂਰਾਂ ਦੇ ਕਵੀ ਨੂੰ ਜੋ ਕਿ ਫਿਰਕੂ ਦਹਿਸ਼ਤਗਰਦਾਂ ਦੇ ਹੱਥੋਂ ਸ਼ਹੀਦ ਹੋਏ ਨੇ, ਉਹਨਾਂ ਨੂੰ ਸਲਾਮ ਪੇਸ਼ ਕਰਦਾ। ਥੈਂਕ ਯੂ ਜੀ, ਥੈਂਕ ਯੂ। ਉਹਨਾਂ ਦੀਆਂ ਜਿਹੜੀ ਉਹਨਾਂ ਦੀ ਸੰਵੇਦਨਸ਼ੀਲਤਾ ਸੀ, ਉਹਨਾਂ ਦੀ ਦੋ ਕਿਤਾਬਾਂ ਮੈਂ ਬਹੁਤੀਆਂ ਪਸੰਦ ਕਰਦਾ, ਜਿਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨੇ ਦਾ ਮਰ ਜਾਣਾ। ਬਿਲਕੁਲ। ਜਿਹੜਾ ਕਿ ਇੱਕ ਆਮ ਆਦਮੀ ਨਹੀਂ ਸੋਚਦਾ ਕਿ ਜਿਹੜਾ ਜ਼ਿੰਦਗੀ ਦੇ ਜੀਣ ਲਈ ਤੁਹਾਡਾ ਹੋਪਫੁਲ ਹੋਣਾ ਬਹੁਤ ਜ਼ਰੂਰੀ ਹੈ। ਤੇ ਸਾਡਾ ਕਲਚਰ ਆ ਉਹ ਹਮੇਸ਼ਾ ਸਾਨੂੰ ਹੋਪਲੈਸ ਬਣਾਉਂਦਾ ਆ, ਸਾਨੂੰ ਜ਼ਿੰਦਗੀ ਤੋਂ ਦੂਰ ਲੈ ਕੇ ਜਾਂਦਾ ਆ। ਠੀਕ ਹੈ। ਤੇ ਉਹਦੀ ਜਿਹੜੀ ਕਵਿਤਾ ਸਭ ਤੋਂ ਖਤਰਨਾਕ ਹੁੰਦਾ ਸੁਪਨੇ ਦਾ ਮਰ ਜਾਣਾ, ਬਹੁਤ ਹੀ ਇੱਕ ਵਰਲਡ ਲੈਵਲ ਦੀ ਕਵਿਤਾ, ਤੇ ਉਹ ਵਰਲਡ ਲੈਵਲ ਦੇ ਕਵੀ ਸੀ। ਠੀਕ ਹੈ। ਉਹਨਾਂ ਦੀ ਜਿਹੜੀ ਦੂਜੀ ਕਵਿਤਾ ਹੈਗੀ ਜਿਹੜੀ ਮੈਂ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ, ਮੈਂ ਕਹਾਂ ਮੈਂ ਉਗਾਵਾਂਗਾ ਤੁਹਾਡੇ ਕਿੱਤੇ ਕਰਾਏ ਤੇ ਮੈਂ ਉਗਾਵਾਂਗਾ, ਜਿਹੜੀ ਤੁਸੀਂ ਪੜ੍ਹੀ ਵੀ ਸੀਗੀ। ਅਸਲ ਦੇ ਵਿੱਚ ਕੀ ਹੈ, ਉਹਨਾਂ ਨੂੰ ਦਹਿਸ਼ਤਗਰਦਾਂ ਨੂੰ ਵੀ ਉਸ ਟਾਈਮ ਦੇ ਵਿੱਚ ਭੁਲੇਖਾ ਸੀਗਾ ਕਿ ਉਹ ਪਾਸ਼ ਨੂੰ ਮਾਰ ਦੇਣਗੇ ਤੇ
ਪਾਸ਼ ਦਾ ਨਾਂ ਖਤਮ ਹੋ ਜਾਊਗਾ, ਪਰ ਉਹ ਹੋਰ ਅੱਗੇ ਨਾਲੋਂ ਦੁੱਗਣਾ ਚੁਗਣਾ ਹੋ ਕੇ ਘਾਹ ਗਿਆ, ਲੋਕਾਂ ਦੇ ਵਿੱਚ ਆਇਆ, ਲੋਕਾਂ ਨੂੰ ਪਿਆ। ਠੀਕ ਹੈ ਆਪਣੇ ਭਗਵੰਤ ਜੀ, ਕਾਫੀ ਕੋਲਸ ਵੇਟ ਕਰ ਰਹੀਆਂ। ਠੀਕ ਹੈ, ਥੈਂਕ ਯੂ ਤੁਹਾਡਾ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਭਗਵੰਤ ਹੁਣੀ, ਜਿਹੜੇ ਕਿ ਇੱਥੇ ਇੰਡੀਅਨ ਵਰਕ ਐਸੋਸੀਏਸ਼ਨ ਦੇ ਸੈਕਟਰੀ ਹੈਗੇ ਆ ਬਰਮਿੰਘਮ ਬ੍ਰਾਂਚ ਦੇ, ਅਤੇ ਆਪ ਵੀ ਜਿਹੜਾ ਹੈਗਾ ਪਾਸ਼ ਦੇ ਨਾਲ ਵੀ ਇਹਨਾਂ ਦਾ ਵੀ ਕਾਫੀ ਮੇਲ ਰਿਹਾ ਜਦੋਂ ਇੱਥੇ ਉਹ ਆਏ ਸੀਗੇ। ਅਜੇ ਸਾਡੇ ਤੋਂ ਤਕਰੀਬਨ 2 ਮਿੰਟ ਹੈ, ਜਾਣੀ ਕਿ ਜੇ ਕੋਈ ਹੋਰ ਕਿਸੇ ਨੇ ਕਾਲ ਜਿਹੜੀ ਆ ਵੇਟ ਕਰ ਰਹੀ ਆ, ਤੁਸੀਂ ਮੈਨੂੰ ਦੇ ਸਕਦੇ ਹੈਗੇ ਆ। ਅਵਤਾਰ ਪਾਸ਼ ਜਿਹੜਾ ਸੀਗਾ ਉਹ ਲਾਲਾ ਹਰਦਿਆਲ ਦੀਆਂ ਕਿਤਾਬਾਂ ਦਾ ਵੀ ਬਹੁਤ ਜ਼ਿਆਦਾ ਮਦਈ ਸੀਗਾ। ਜਦੋਂ ਮੇਰੇ ਨਾਲ ਗੱਲਾਂ ਹੋਈਆਂ ਅਤੇ ਉਦੋਂ ਉਹਨਾਂ ਨੇ ਇੱਕ ਕਹਿੰਦੇ ਸੀ ਅਸੀਂ ਆਪਣਾ ਉੱਥੇ ਇੱਕ ਸਰਕਲ ਵੀ ਬਣਾਇਆ ਸੀ, ਜਿਹਦੇ ਵਿੱਚ ਲਾਲਾ ਹਰਦਿਆਲ ਦੀਆਂ ਜਿਹੜੀਆਂ ਸੀ ਕਿਤਾਬਾਂ ਉਹਨਾਂ ਬਾਰੇ ਉਹ ਡਿਸਕਸ਼ਨ ਕਰਦੇ ਰਹਿੰਦੇ ਸੀਗੇ, ਅਤੇ ਮੈਂ ਵੀ ਲਾਲਾ ਹਰਦਿਆਲ ਦੀਆਂ ਸਾਰੀਆਂ ਕਿਤਾਬਾਂ ਦਾ ਸੈੱਟ ਮੇਰੇ ਕੋਲ ਹੈ, ਅਤੇ ਮੈਂ ਵੀ ਉਹਨਾਂ ਤੋਂ ਬੜਾ ਮੁਤਾਸਰ ਸੀਗਾ ਹੋਇਆ ਅਤੇ ਮੁਤਾਸਰ ਹੈਗਾ। ਪਾਸ਼ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹੈਗੇ ਹਾਂ। ਪਾਸ਼ ਸਾਡਾ ਸੀ, ਪਾਸ਼ ਜਿੰਦਾ ਰਹੂਗਾ। ਜਿਹੜੀਆਂ ਕਾਲਸ ਯਾਨੀ ਕਿ ਮੈਂ ਹੁਣ ਨਹੀਂ ਲੈ ਸਕਿਆ ਹੈਗਾ, ਅਜੇ ਵੀ ਸਾਡੇ ਤੋਂ 1 ਮਿੰਟ ਹੈ, ਜੇ ਕਿਸੇ ਨੇ ਯਾਨੀ ਕਿ ਕਾਲ ਕਰਨੀ ਤਾਂ ਮੈਂ ਉਹਨੂੰ ਜਿਹੜਾ ਹੈਗਾ 1 ਮਿੰਟ ਦੇ ਸਕਦਾ। ਟਾਈਮ ਯਾਨੀ ਕਿ ਸਾਨੂੰ ਹੋਰ ਚਾਹੀਦਾ ਸੀਗਾ, ਪਰ ਫਿਰ ਵੀ ਸਾਰੇ ਕਾਲਸ ਜਿੰਨੇ ਵੀ ਲੋਕਾਂ ਨੇ ਟੈਲੀਫੋਨ ਕਾਲਸ ਕੀਤੀਆਂ ਹੈਗੀਆਂ, ਮੇਰੇ ਦੋਸਤਾਂ ਨੇ ਕਾਲਸ ਕੀਤੀਆਂ ਹੈਗੀਆਂ, ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦੀ ਹੈਗਾ। ਅਗਲੇ ਹਫ਼ਤੇ ਮੈਂ ਤੁਹਾਡੇ ਲਈ ਜਿਹੜਾ ਹੈਗਾ ਹੋਰ ਕੋਈ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ। ਜਿਹੜੀਆਂ ਕਾਲਸ ਮੈਂ ਨਹੀਂ ਲੈ ਸਕਿਆ, ਮੈਂ ਉਹਨਾਂ ਤੋਂ ਹੁਣ ਮਾਫੀ ਮੰਗਦਾ, ਕਿਉਂਕਿ ਜਿਹੜਾ ਸਮਾਂ ਸਿਰਫ ਸਾਡੇ ਤੋਂ 50 ਮਿੰਟ ਹੀ ਹੁੰਦੇ ਹੈਗੇ, ਅਤੇ ਉਹਨਾਂ ਮਿੰਟਾਂ ਵਿੱਚ ਹੀ ਜਿਹੜਾ ਹੈਗਾ ਸਾਰਾ ਕੁਛ ਕਰਨਾ ਪੈਂਦਾ। ਸੁਰਿੰਦਰ ਧੰਜਲ ਜੀ ਦਾ ਮੈਂ ਇੱਕ ਵਾਰੀ ਬਹੁਤ ਜ਼ਿਆਦਾ ਧੰਨਵਾਦੀ ਹੈਗਾ। ਸੁਖਵਿੰਦਰ ਕੰਬੋਜ ਹੋਣੀ ਮੇਰਾ ਖਿਆਲ ਸ਼ਾਇਦ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ ਕਾਲ ਜਿਹੜੀ ਹੈਗੀ ਨਹੀਂ ਲੱਗ ਸਕੀ, ਜਦੋਂ ਕਿ ਮੈਂ ਉਹਨਾਂ ਦੀ ਕਾਲ ਜਿਹੜੀ ਸੀ ਅਮਰੀਕਾ ਤੋਂ ਵੇਟ ਸੀ ਕਰ ਰਿਹਾ ਲੈ ਵੀ, ਤਾਂ ਕਿ ਉਹ ਵੀ ਆਪਣਾ ਯੋਗਦਾਨ ਪਾ ਸਕਦੇ, ਕਿਉਂਕਿ ਉਹ ਵੀ ਇਸ ਕੌਮਾਂਤਰੀ ਟਰੱਸਟ ਦੇ ਯਾਨੀ ਕਿ ਬਹੁਤ ਅਹਿਮ ਮੈਂਬਰ ਹੈਗੇ ਆ। ਕਿਤੇ ਫਿਰ ਸਹੀ ਮੈਂ ਯਾਨੀ ਕਿ ਅਖੀਰ ਵਿੱਚ ਇਹੀ ਕਹਿਣਾ ਚਾਹੁੰਦਾ, ਪਾਸ਼ ਸਾਡਾ ਸੀਗਾ, ਪਾਸ਼ ਵਰਗਾ ਇਨਕਲਾਬੀ ਕਵੀ ਜਿਹੜਾ ਹੈਗਾ ਹੋਰ ਵੀ ਯਾਨੀ ਕਿ ਬਹੁਤ ਸਾਰੇ ਹੋਣਗੇ, ਪਰ ਪਾਸ਼ ਦੀ ਯਾਨੀ ਕਿ ਆਪਣੀ ਜਿਹੜੀ ਥਾਂ ਸੀਗੀ, ਅਤੇ ਜਿਹੜੇ ਉਹਨਾਂ ਨੇ ਪਾਸ਼ ਨੇ ਪੂਰਨੇ ਪਾਏ ਹੈਗੇ ਕਵਿਤਾ ਵਿੱਚ, ਅਤੇ ਆਪ ਯਾਨੀ ਕਿ ਜੋ ਜ਼ਿੰਦਗੀ ਦੇ ਲਫੇੜਿਆਂ ਨੂੰ ਝੱਲਦੇ ਹੋਏ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੀ ਜੋ ਕੁਛ ਕੀਤਾ, ਉਸ ਰਾਹ ਨੂੰ ਸਾਨੂੰ ਜ਼ਰੂਰ ਪਾਉਣਾ ਚਾਹੀਦਾ। ਅਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਪਾਸ਼ ਨੂੰ ਸ਼ਰਧਾਂਜਲੀ ਲੈ ਕੇ ਤੁਹਾਡੇ ਤੋਂ ਵਿਦਾ ਲੈਣਾ। ਹੈਵ ਅ ਗੁੱਡ ਡੇ ਐਂਡ ਬੈਸਟ ਵਿਸ਼ੇਸ ਐਂਡ ਸੀ ਯੂ ਨੈਕਸਟ ਵੀਕ। ਥੈਂਕ ਯੂ।